ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੇਟਾ ਐਜ਼ ਆਈ ਪ੍ਰੋਮਿਸ ਟੂ ਆਲ ਆਫ ਯੂ ਆਈ ਐਮ ਹੇਅਰ ਵਿਦ ਅਨਦਰ ਵੀਡੀਓ ਫॉर CBSE ਕਲਾਸ 10th ਇਕਨੋਮਿਕਸ ਟੂਡੇਜ਼ ਚੈਪਟਰ ਇਜ਼ ਡਿਵੈਲਪਮੈਂਟ। ਇਹਦੇ ਬਾਰੇ ਬੇਟਾ ਆਪਾਂ ਡਿਸਕਸ ਕਰਾਂਗੇ ਮੇਨਲੀ ਡਿਵੈਲਪਮੈਂਟ ਦੇ ਜੋ ਵੀ ਕੰਪੋਨੈਂਟਸ ਨੇ ਉਹਨਾਂ ਦੇ ਬਾਰੇ ਦੇ ਵਿੱਚ ਡਿਵੈਲਪਮੈਂਟ ਕੀ ਹੁੰਦੀ ਹੈ ਉਹਦੇ ਬਾਰੇ ਆਪਾਂ ਸਿੱਖਾਂਗੇ ਐਂਡ ਡਿਵੈਲਪਮੈਂਟ ਦੇ ਜਿਹੜੇ ਡਿਫਰੈਂਟ ਪਰਸਪੈਕਟਿਵਸ ਉਹ ਕੀ ਨੇ, ਸਸਟੇਨੇਬਲ ਡਿਵੈਲਪਮੈਂਟ ਕੀ ਹੈ, HDI ਐਂਡ BMI ਦੇ ਬਾਰੇ ਵੀ ਥੋੜ੍ਹੀ ਜਿਹੀ ਆਪਾਂ ਜਿਹੜੀ ਇਹਦੇ ਵਿੱਚ ਡਿਸਕਸ ਜਿਹੜਾ ਉਹ ਕਰਾਂਗੇ। ਸੋ ਲੈਟਸ ਸਟਾਰਟ ਵਿਦ ਦ ਚੈਪਟਰ ਡਿਵੈਲਪਮੈਂਟ। ਫਸਟ ਆਫ ਆਲ ਆਪਾਂ ਨੂੰ ਇਹ ਦੇਖਣਾ ਪਏਗਾ ਕਿ ਮੇਨ ਜੋ ਡਿਵੈਲਪਮੈਂਟ ਹੈ ਉਹਦਾ ਮੀਨਿੰਗ ਕੀ ਹੈ। ਅਗਰ ਤੁਹਾਨੂੰ ਕੁਐਸਚਨ ਆਉਂਦਾ ਹੈ ਜਿਵੇਂ ਵਾਟ ਇਜ਼ ਡਿਵੈਲਪਮੈਂਟ ਐਂਡ ਇਟਸ ਫੀਚਰ, ਇਸ ਤਰੀਕੇ ਨਾਲ ਜਿਹੜੇ ਕੁਐਸਚਨਸ ਬਣਦੇ ਨੇ ਸ਼ਾਰਟ ਕੁਐਸਚਨ, ਤਾਂ ਉਹਨਾਂ ਦੇ ਬਾਰੇ ਆਪਾਂ ਡਿਸਕਸ ਕਰਾਂਗੇ। ਪਹਿਲਾਂ ਡਿਵੈਲਪਮੈਂਟ ਦੇ ਬਾਰੇ ਜੋ ਬੇਸਿਕ ਕਨਸੈਪਟਸ ਨੇ ਉਹਨਾਂ ਨੂੰ ਦੇਖਦੇ ਹਾਂ। ਡਿਵੈਲਪਮੈਂਟ ਇਜ਼ ਅ ਬ੍ਰੌਡ ਟਰਮ ਵਿਚ ਇਨਕਲੂਡ ਇਨਕਰੀਜ਼ ਇਨ ਰੀਅਲ ਪਰ ਕੈਪੀਟਾ ਇਨਕਮ, improvement in living standard of people, reduction in poverty, illiteracy, crime rate, etc. ਅਗਰ ਆਪਾਂ ਸਿੰਪਲ ਵਰਡ ਦੇ ਵਿੱਚ ਡਿਵੈਲਪਮੈਂਟ ਦੇ ਮੀਨਿੰਗ ਨੂੰ ਦੇਖਦੇ ਹਾਂ, ਡਿਕਸ਼ਨਰੀ ਮੀਨਿੰਗ ਆਫ ਡਿਵੈਲਪਮੈਂਟ ਉਹ ਕੀ ਹੈ? ਦਾ ਪ੍ਰੋਸੈਸ ਆਫ ਬਿਕਮਿੰਗ ਬਿਗਰ, ਸਟਰੋਂਗਰ, ਬੈਟਰ ਐਕਸੈਟਰਾ ਔਰ ਮੇਕਿੰਗ ਸਮਬਡੀ ਸਮਥਿੰਗ ਟੂ ਦਿਸ। ਮਤਲਬ ਹੌਲੀ ਹੌਲੀ ਕਿਸੇ ਚੀਜ਼ ਨੂੰ ਜਿਹੜਾ ਹੈ ਉਸਦੇ ਵਿੱਚ ਚੇਂਜ ਲੈ ਕੇ ਆਉਣਾ, ਜਿਨ੍ਹਾਂ ਨੂੰ ਅਸੀਂ ਬੋਲਦੇ ਹਾਂ ਪੋਜ਼ੀਟਿਵ ਚੇਂਜ। ਡਿਵੈਲਪਮੈਂਟ ਇਜ਼ ਅ ਪ੍ਰੋਸੈਸ ਦੈਟ ਕ੍ਰੀਏਟ ਗਰੋਥ, ਪ੍ਰੋਗਰੈਸ, positive change or the addition of physical, economic, environment, social and demographic components। ਤਾਂ ਇਨ ਨਟਸ਼ੈਲ ਬੇਟਾ ਵਾਟ ਇਜ਼ ਡਿਵੈਲਪਮੈਂਟ? ਡਿਵੈਲਪਮੈਂਟ ਇੱਕ ਅਜਿਹਾ ਕੰਸੈਪਟ ਹੈ ਜਿਸ ਦੇ ਵਿੱਚ ਹੌਲੀ ਹੌਲੀ ਪੋਜ਼ੀਟਿਵ ਚੇਂਜਸ ਆਉਂਦੇ ਨੇ। ਚੇਂਜ ਦੋ ਤਰੀਕੇ ਨਾਲ ਆਪਾਂ ਮੇਜ਼ਰ ਕਰਦੇ ਹਾਂ ਬੇਟਾ, ਨੈਗੇਟਿਵ ਐਂਡ ਪੋਜ਼ੀਟਿਵ। ਫੋਰ ਐਗਜ਼ਾਮਪਲ ਯੂ ਹੈਵ ਅ ਚੋਕਲੇਟ ਬਾਰ ਔਰ ਉਸਨੂੰ ਤੁਸੀਂ ਖਾਣਾ ਸ਼ੁਰੂ ਕਰ ਦਿੱਤਾ, ਉਸ ਦਾ ਸਾਈਜ਼ ਹੌਲੀ ਹੌਲੀ ਡਿਕਰੀਜ਼ ਹੋ ਗਿਆ, ਖਤਮ ਹੋ ਗਈ, ਰਾਈਟ। ਉਹ ਕੀ ਹੈ? ਨੈਗੇਟਿਵ ਚੇਂਜ, ਰਾਈਟ। ਪੋਜ਼ੀਟਿਵ ਚੇਂਜ ਕੀ ਹੈ? ਤੁਸੀਂ ਨਰਸਰੀ ਕਲਾਸ ਵਿੱਚ ਸਕੂਲ 'ਚ ਆਏ ਸੀਗੇ, ਯੂ ਆਰ ਅ ਸਮੋਲ ਕਿਡ, ਦੈਨ come in KG class, then first, second, third, fourth and now you are in 10th class। ਤਾਂ ਤੁਹਾਡੇ ਬੋਡੀ ਦੀ ਹਾਈਟ ਦਾ, ਤੁਹਾਡੇ weight ਦਾ, ਸਾਰੀਆਂ ਚੀਜ਼ਾਂ ਦੇ ਵਿੱਚ ਚੇਂਜ ਆਇਆ। ਕੀ ਹੋਇਆ? ਵਧਿਆ ਹੈ। ਤਾਂ ਸੋ ਜਦੋਂ ਚੇਂਜ ਜਿਹੜੇ ਹੁੰਦੇ ਨੇ ਔਰ ਕੋਈ ਚੀਜ਼ ਐਡੀਸ਼ਨ ਹੁੰਦੀ ਹੈ ਉਸ ਨੂੰ ਅਸੀਂ ਬੋਲਦੇ ਹਾਂ ਪੋਜ਼ੀਟਿਵ ਚੇਂਜ। ਜਦੋਂ ਕੋਈ ਚੀਜ਼ ਜਿਹੜੀ ਹੈ ਬਦਲਦੀ ਹੈ ਲੇਕਿਨ ਉਹਦੇ ਵਿੱਚੋਂ ਕੁਝ ਘਟ ਰਿਹਾ ਉਹਨੂੰ ਆਪਾਂ ਬੋਲਦੇ ਹਾਂ ਨੈਗੇਟਿਵ ਚੇਂਜ, ਠੀਕ ਹੈ। ਜਿਵੇਂ ਗਰਾਊਂਡ ਵਾਟਰ ਹੈ ਉਹ ਹੌਲੀ ਹੌਲੀ ਜਿਹੜਾ ਥੱਲੇ ਜਾਈ ਜਾ ਰਿਹਾ, ਘੱਟ ਹੋਈ ਜਾ ਰਿਹਾ ਹੈ, ਰਾਈਟ। ਉਹ ਕੀ ਹੈ? ਨੈਗੇਟਿਵ ਚੇਂਜ ਹੈ। ਤੁਸੀਂ ਵੱਧ ਰਹੇ ਹੋ, ਹੌਲੀ ਹੌਲੀ ਤੁਹਾਡੀ ਡਿਵੈਲਪਮੈਂਟ ਹੋ ਰਹੀ ਹੈ, ਉਹ ਕੀ ਹੈ? ਪੋਜ਼ੀਟਿਵ ਚੇਂਜ ਹੈ। ਸੋ ਡਿਵੈਲਪਮੈਂਟ ਬੇਟੇ ਕੀ ਹੈ? ਇੱਕ ਪੋਜ਼ੀਟਿਵ ਚੇਂਜ ਹੈ। ਇਹ ਚੀਜ਼ ਯਾਦ ਰੱਖਣੀ। ਇਹਨਾਂ ਦੇ ਉੱਤੋਂ ਤੁਹਾਨੂੰ MCQ ਕ੍ਰੀਏਟ ਕਰੇਗਾ ਐਗਜ਼ਾਮੀਨਰ 10 ਕਲਾਸ ਦੇ ਜਦੋਂ ਤੁਹਾਡੇ ਬੋਰਡ ਐਗਜ਼ਾਮਸ ਹੋਣਗੇ। ਅਗਰ ਆਪਾਂ ਡਿਵੈਲਪਮੈਂਟ ਦੀ ਹੋਰ ਗੱਲ ਕਰਦੇ ਹਾਂ, ਦੇਖੋ ਨਾਰਮਲ ਕੰਡੀਸ਼ਨਸ ਦੇ ਵਿੱਚ ਡਿਵੈਲਪਮੈਂਟ ਕੀ ਹੈ? ਸਾਡੀ ਕੰਟਰੀ ਅੱਗੇ ਪ੍ਰੋਗਰੈਸ ਕਰ ਰਹੀ ਹੈ ਬੱਚੇ, ਨਵੇਂ ਹੌਸਪੀਟਲਸ ਬਣ ਰਹੇ ਨੇ, ਨਵੇਂ ਕਾਲਜ ਸਕੂਲ ਬਣ ਰਹੇ ਨੇ, ਐਜੂਕੇਸ਼ਨ ਫੈਸਿਲਿਟੀਜ਼ ਗਵਰਨਮੈਂਟ ਲੈ ਕੇ ਆ ਰਹੀ ਹੈ ਨਵੀਆਂ, ਉਹਦੇ ਵਿੱਚ ਨਵੇਂ ਕੰਪੋਨੈਂਟ ਇੰਟਰੋਡਿਊਸ ਕਰ ਰਹੀ ਹੈ। ਜਿਵੇਂ ਉਹ ਤੁਹਾਡਾ ਐਜੂਕੇਸ਼ਨ ਜਿਹੜੀ ਹੈ ਫ੍ਰੀ ਐਂਡ ਕੰਪਲਸਰੀ ਕੀਤੀ ਗਈ ਹੈ ਨਾ, ਸਾਰਿਆਂ ਦੇ ਬੱਚਿਆਂ ਦੇ ਲਈ, 6 ਤੋਂ 14 ਸਾਲ ਤੱਕ ਦੇ ਬੱਚਿਆਂ ਦੇ ਲਈ। ਦੈਨ ਫ੍ਰੀ ਦੇ ਵਿੱਚ ਤੁਹਾਨੂੰ ਬੁੱਕਸ ਮਿਲ ਰਹੀਆਂ ਨੇ ਸਕੂਲ ਕਾਲਜਿਸ ਦੇ ਵਿੱਚ ਗਵਰਨਮੈਂਟ ਦੇ ਲਈ। ਇਹ ਸਾਰੀ ਕੀ ਚੀਜ਼ ਹੈ? ਗਵਰਨਮੈਂਟ ਸਾਡੇ ਲਈ ਜਿਹੜੇ ਜੋ ਕਰ ਰਹੀ ਹੈ ਸਭ ਡਿਵੈਲਪਮੈਂਟ ਦੇ ਵਿੱਚ ਆਉਂਦੇ ਨੇ। ਇਨਫਰਾਸਟਰਕਚਰ ਡਿਵੈਲਪ ਹੋ ਰਿਹਾ ਹੈ, ਨਿਊ ਹਾਈਵੇਜ਼ ਜਿਹੜੇ ਨੇ ਉਹ ਬਣ ਰਹੇ ਨੇ, ਹੌਸਪੀਟਲਸ ਬਣ ਰਹੇ ਨੇ, ਸੈਨੀਟੇਸ਼ਨ ਫੈਸਿਲਿਟੀਜ਼ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ, ਇੰਟਰਨੈਟ ਵਗੈਰਾ ਜਿਹੜਾ ਹੈ ਉਹ ਘਰ ਘਰ ਪਹੁੰਚ ਚੁੱਕਾ ਹੈ। ਸੋ ਦੀਜ਼ ਆਲ ਕੰਪੋਨੈਂਟਸ ਕਮ ਇਨ ਦਾ ਅੰਡਰ ਡਿਵੈਲਪਮੈਂਟ ਸੈਕਸ਼ਨ। ਇਫ ਵੀ ਟਾਕਿੰਗ ਅਬਾਊਟ ਦਾ ਫੀਚਰ ਆਫ ਡਿਵੈਲਪਮੈਂਟ, ਤਾਂ ਫੀਚਰ ਆਫ ਡਿਵੈਲਪਮੈਂਟ ਜਿਹੜੇ ਨੇ, ਵੈਸੇ ਤਾਂ ਆਪਾਂ ਬਹੁਤ ਸਾਰੇ ਫੀਚਰਸ ਆਪਾਂ ਇਹਦੇ ਵਿੱਚ ਲੈ ਕੇ ਆਉਂਦੇ ਹਾਂ ਜੋ ਤੁਸੀਂ ਅੱਗੇ ਹਾਇਰ ਕਲਾਸਿਸ ਦੇ ਵਿੱਚ ਅਗਰ ਇਕਨੋਮਿਕਸ ਸਬਜੈਕਟ ਪੜ੍ਹਦੇ ਹੋ ਤਾਂ ਤੁਹਾਨੂੰ ਉੱਥੇ ਉਹ ਸਾਰੇ ਦੇਖਣ ਨੂੰ ਮਿਲਣਗੇ। ਬਟ ਇੱਥੇ ਜੋ ਫੀਚਰ ਆਪਾਂ ਡਿਵੈਲਪਮੈਂਟ ਦੇ ਬੇਟੇ ਕਰ ਰਹੇ ਹਾਂ ਉਹ ਸਿਰਫ ਸਾਡੇ ਲਈ 3 ਹੀ ਨੇ। ਤਾਂ ਉਹਨਾਂ ਦੇ ਵਿੱਚੋਂ ਪਹਿਲੀ ਚੀਜ਼ ਤਾਂ ਇਹ ਆਉਂਦੀ ਹੈ ਕਿ ਡਿਫਰੈਂਟ ਪੀਪਲ ਹੈਵ ਡਿਫਰੈਂਟ ਡਿਵੈਲਪਮੈਂਟ ਗੋਲ। ਯੂ ਆਰ ਅ ਸਟੂਡੈਂਟ, ਤੁਹਾਡਾ ਗੋਲ ਕੀ ਹੈ? ਸਿਕਿਉਰ ਮੋਰ ਐਂਡ ਮੋਰ ਮਾਰਕਸ ਇਨ CBSE ਐਗਜ਼ਾਮ, ਰਾਈਟ। ਆਈ ਐਮ ਅ ਟੀਚਰ, ਮੇਰਾ ਡਿਵੈਲਪਮੈਂਟ ਗੋਲ ਕੀ ਹੈ ਕਿ ਮੇਰੇ ਸਟੂਡੈਂਟਸ ਜਿਹੜੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਮਾਰਕਸ ਲੈ ਕੇ ਪਾਸ ਕਰ ਜਾਣ, ਮੇਰੀ ਸੈਲਰੀ ਜਿਹੜੀ ਉਹ ਜ਼ਿਆਦਾ ਵਧੀਆ ਹੋ ਜਾਵੇ। ਹਰ ਇੱਕ ਪਰਸਨ ਦੇ ਇਸ ਤਰੀਕੇ ਨਾਲ ਡਿਫਰੈਂਟ ਗੋਲ ਹੁੰਦੇ ਨੇ। ਇੱਕ ਕਿਸਾਨ ਹੈ ਤਾਂ ਉਹਦਾ ਡਿਫਰੈਂਟ ਗੋਲ ਕੀ ਹੋਏਗਾ ਬੇਟੇ? ਉਹਦਾ ਡਿਵੈਲਪਮੈਂਟ ਗੋਲ ਕੀ ਹੋਏਗਾ? ਫਸਲ ਦਾ ਪ੍ਰਾਈਸ ਜਿਹੜਾ ਹੈ ਉਸਨੂੰ ਜ਼ਿਆਦਾ ਤੋਂ ਜ਼ਿਆਦਾ ਮਿਲੇ, ਫਰਟੀਲਾਈਜ਼ਰਸ ਜਿਹੜੀਆਂ ਨੇ ਉਸਨੂੰ ਘੱਟ ਰੇਟ 'ਤੇ ਮਿਲ ਜਾਣ, ਠੀਕ ਹੈ। ਇੱਕ ਡੇਲੀ ਵੇਗਸ ਇੰਪਲੋਇਰ ਹੈ ਜਿਹੜਾ, ਉਹਦਾ ਡਿਵੈਲਪਮੈਂਟ ਗੋਲ ਕੀ ਹੈ ਕਿ ਮੇਰੀ ਜਿਹੜੀ ਡੇਲੀ ਵੇਗਸ ਹੈ ਉਹ ਇਨਕਰੀਜ਼ ਕਰ ਜਾਵੇ, ਰਾਈਟ। ਵਰਕਿੰਗ ਆਵਰਸ ਥੋੜ੍ਹੇ ਜਿਹੇ ਘੱਟ ਹੋਣ ਔਰ ਡੇਲੀ ਜਿਹੜਾ ਹੈ ਮੈਨੂੰ ਕੰਮ ਮਿਲਦਾ ਰਹੇ, ਉਸ ਦਾ ਡਿਵੈਲਪਮੈਂਟ ਗੋਲ ਹੈ, ਰਾਈਟ। ਔਰ ਇਹ ਸਾਰੇ ਦੀ ਸਾਰੀ ਜਿਹੜੀ ਡਿਵੈਲਪਮੈਂਟ ਹੈ ਬੱਚੇ, ਇਸ ਸਾਰੇ ਨੂੰ ਅਸੀਂ ਇੱਕ ਹੀ ਕੰਪੋਨੈਂਟ ਦੇ ਨਾਲ ਜਿਹੜਾ ਹੈ ਉਹ ਜੋੜਦੇ ਹਾਂ। ਉਹ ਕੀ ਹੈ? ਤੁਹਾਡੀ ਇਨਕਮ। ਤੁਹਾਡੀ ਇਨਕਮ ਔਰ ਡਿਵੈਲਪਮੈਂਟ ਜਿਹੜੀ ਹੈ ਨਾ ਉਹ ਕਿਤੇ ਨਾ ਕਿਤੇ ਸਿੱਧੀ ਰਿਲੇਟ ਕਰਦੀ ਹੈ। ਇਫ ਯੂ ਹੈਵ ਮੋਰ ਇਨਕਮ
ਤੁਹਾਡੀ ਇਨਕਮ ਜਨਰੇਸ਼ਨ ਜ਼ਿਆਦਾ ਹੈ ਤਾਂ ਤੁਹਾਡੀ ਡਿਵੈਲਪਮੈਂਟ ਦੀ ਰੇਟ ਵੀ ਜ਼ਿਆਦਾ ਹੋਏਗੀ, ਤੁਸੀਂ ਜ਼ਿਆਦਾ ਜਲਦੀ ਗਰੋ ਕਰ ਰਹੇ ਹੋ, ਜ਼ਿਆਦਾ ਵਧੀਆ ਡਿਵੈਲਪ ਜਲਦੀ ਕਰ ਰਹੇ ਹੋ। ਅਗਰ ਤੁਹਾਡੀ ਇਨਕਮ ਘੱਟ ਹੈ ਤਾਂ ਤੁਹਾਡੇ ਲਿਵਿੰਗ ਸਟੈਂਡਰਡ 'ਤੇ ਵੀ ਫਰਕ ਪਏਗਾ ਬੱਚੇ, ਤੁਸੀਂ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਵੀ ਨਹੀਂ ਦੇ ਸਕਦੇ। ਆਪਾਂ ਯੂ ਹੈਵ ਰਿਮੈਂਬਰ ਦਾ ਪੋਵਰਟੀ ਚੈਪਟਰ ਸਟੱਡੀਡ ਇਨ 9th ਕਲਾਸ। 9th ਕਲਾਸ ਵਿੱਚ ਆਪਾਂ ਪੋਵਰਟੀ ਚੈਪਟਰ ਪੜ੍ਹ ਕੇ ਆਏ ਹਾਂ, ਤਾਂ ਆਪਾਂ ਨੂੰ ਉੱਥੇ ਪਤਾ ਚੱਲਦਾ ਹੈ ਕਿ ਇਨਕਮ ਜ਼ਿਆਦਾ ਜਾਂ ਘੱਟ ਹੋਣ ਦੇ ਕੀ ਬੈਨੀਫਿਟ ਨੇ ਔਰ ਕੀ ਨੁਕਸਾਨ ਨੇ। ਔਰ ਤੁਸੀਂ ਇਹ ਵੀ ਜਾਣਦੇ ਹੋ ਕਿ ਐਜੂਕੇਸ਼ਨ ਇੱਕ ਬੜਾ ਵਾਈਟਲ ਰੋਲ ਪਲੇ ਕਰਦੀ ਹੈ ਇਸ ਪੂਰੀ ਚੀਜ਼ ਦੇ ਵਿੱਚ, ਰਾਈਟ। ਸੋ 2 ਫੀਚਰ ਆਪਾਂ ਜਿਹੜੇ ਨੇ ਉਹ ਚੈੱਕ ਕੀਤੇ ਬੇਟਾ, ਕਿਹੜੇ ਨੇ। ਇੱਕ ਆਪਾਂ ਦੇਖ ਲਿਆ ਕਿ ਡਿਫਰੈਂਟ ਪੀਪਲ ਹੈਵ ਡਿਫਰੈਂਟ ਗੋਲ, development goal, ठीक है, right? Then income is a major component of development. Now the third one, come to the third one, this is very important और conceptual है, थोड़ा ਜਿਹਾ दिमाग ਨੂੰ समझना पड़ेगा, दिमाग लगा के बेटा। what may be development for one may not be development for other, it may even be destructive for others, means ਜੋ ਇੱਕ ਪਰਸਨ ਦੇ ਲਈ ਡਿਵੈਲਪਮੈਂਟ ਦੇ ਮਾਇਨੇ ਨੇ ਉਹ ਦੂਸਰੇ ਲਈ ਜ਼ਰੂਰੀ ਨਹੀਂ ਕਿ ਉਹ ਡਿਵੈਲਪਮੈਂਟ ਹੀ ਹੋਵੇ। ਇਹਦੀ ਪਰਫੈਕਟ ਐਗਜ਼ਾਮਪਲ ਆਉਂਦੀ ਹੈ ਬੇਟਾ, ਜਿਹੜਾ ਨਰਮਦਾ ਰਿਵਰ ਹੈ ਤੁਹਾਡੀ, ਉਹਦੇ ਉੱਪਰ ਬਣਾਇਆ ਗਿਆ ਸਰਦਾਰ ਸਰੋਵਰ ਡੈਮ। ਉਸ ਡੈਮ ਨੂੰ ਲੈ ਕੇ, ਕੰਸਟਰਕਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਵਿਰੋਧ ਹੋਇਆ ਉਸ ਚੀਜ਼ ਦੇ ਲਈ। ਦੇਖੋ ਹੁਣ ਕੁਝ ਲੋਕ ਨੇ ਜਿਹੜੇ ਉਸ ਰਿਵਰ ਦੇ ਨਾਲ ਜੁੜੇ ਹੋਏ ਨੇ ਸਿੱਧੇ, ਡਾਇਰੈਕਟ ਇਨਡਾਇਰੈਕਟ ਦੇ ਲਈ, ਠੀਕ ਹੈ। ਉਹ ਬੱਚੇ ਕੀ ਕਰ ਰਹੇ ਨੇ, ਉਹ ਵਿਰੋਧ ਕਰ ਰਹੇ ਨੇ ਇਸ ਪ੍ਰੋਜੈਕਟ ਦਾ ਕਿ ਇਹ ਜਿਹੜਾ ਡੈਮ ਬਣਾ ਰਹੇ ਹੋ ਇਹ ਗਲਤ ਹੈ, ਨਹੀਂ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਉਹ ਡੈਮ ਕੀ ਹੈ, ਡੈਮ ਬਣੇਗਾ ਤਾਂ ਆਪਾਂ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ ਜਿਹੜੇ ਮਲਟੀਪਰਪਜ਼ ਪ੍ਰੋਜੈਕਟ ਹੁੰਦੇ ਨੇ ਇਹਨਾਂ ਤੋਂ ਸਾਨੂੰ ਬਹੁਤ ਸਾਰਾ ਬੈਨੀਫਿਟ ਹੁੰਦਾ ਹੈ, ਇਰੀਗੇਸ਼ਨ ਫੈਸਿਲਿਟੀਜ਼ ਮਿਲਦੀਆਂ ਨੇ ਸਾਨੂੰ, ਰਾਈਟ, ਐਂਡ ਵੀ ਗੈਟ ਇਲੈਕਟ੍ਰਿਸਿਟੀ ਫਰੋਮ ਦੈਮ। ਇਸ ਤੋਂ ਇਲਾਵਾ ਅਸੀਂ ਉਹ ਜਿਹੜਾ ਡੈਮ ਬਣਾਉਣ ਨਾਲ ਜਿਹੜੇ ਉਹ ਚੈਨਲਾਈਜ਼ ਕਰ ਸਕਦੇ ਹਾਂ ਵਾਟਰ ਨੂੰ, ਉਸ ਰਿਵਰ ਦੇ ਨੂੰ। ਅਗਰ ਆਪਾਂ ਓਵਰਆਲ ਇਹ ਸਿਨੈਰੀਓ ਦੇਖਦੇ ਹਾਂ, ਤੁਸੀਂ ਇੱਕ ਇੰਡਸਟਰੀਅਲਿਸਟ ਹੋ ਔਰ ਤੁਸੀਂ ਜਾਣਦੇ ਹੋ ਕਿ ਅਗਰ ਉਹ ਡੈਮ ਬਣਦਾ ਹੈ ਉੱਥੋਂ ਹਾਈਡਰੋ ਇਲੈਕਟ੍ਰਿਸਿਟੀ ਜਨਰੇਟ ਹੋਏਗੀ ਔਰ ਤੁਹਾਨੂੰ ਬਹੁਤ ਜ਼ਿਆਦਾ ਉਹ ਜਿਹੜੀ ਹੈ ਹਾਈਡਰੋ ਇਲੈਕਟ੍ਰਿਸਿਟੀ ਜਿਹੜੀ ਹੈ ਐਨਰਜੀ ਮਿਲੇਗੀ, ਇਲੈਕਟ੍ਰਿਸਿਟੀ ਮਿਲੇਗੀ, ਰੇਟ ਵੀ ਘੱਟ ਹੋ ਜਾਏਗਾ ਉਹਦਾ ਕਿਉਂਕਿ ਜਨਰੇਸ਼ਨ ਵੱਧ ਰਹੀ ਹੈ, ਠੀਕ ਹੈ। ਐਂਡ ਤੁਹਾਡਾ ਜਿਹੜਾ ਉਹ ਕਾਰੋਬਾਰ ਹੈ ਉਹ ਹਮੇਸ਼ਾ ਚੱਲਦਾ ਰਹੇਗਾ, ਤੁਹਾਨੂੰ ਐਫੀਸ਼ੀਐਂਸੀ ਨਹੀਂ ਆਏਗੀ ਇਲੈਕਟ੍ਰਿਸਿਟੀ ਦੀ। ਲੇਕਿਨ ਉਹ ਕਿਸਾਨ ਜਿਹੜੇ ਉੱਥੇ ਰਹਿ ਰਹੇ ਨੇ ਜਿਨ੍ਹਾਂ ਤੋਂ ਉਹ ਨਦੀ ਦੇ ਪਾਣੀ ਦੇ ਨਾਲ ਉਹ ਆਪਣੀ ਇਰੀਗੇਸ਼ਨ ਵਗੈਰਾ ਕਰਦੇ ਨੇ ਜਾਂ ਕੁਝ ਹੋਰ ਤਰ੍ਹਾਂ ਨਾਲ ਇੰਡੀਪੈਂਡੈਂਟ ਨੇ, ਜਾਂ ਜਿਹੜੇ ਲੋਕਾਂ ਨੂੰ ਇਹ ਡਰ ਹੈ ਕਿ ਉਹ ਡੈਮ ਨਾਲ ਬਹੁਤ ਸਾਰਾ ਪਾਣੀ ਜਿਹੜਾ ਉਹਦਾ ਪਿੱਛੇ ਜਮ੍ਹਾਂ ਹੋ ਜਾਏਗਾ ਔਰ ਇਕੋਲੋਜੀਕਲ ਬੈਲੈਂਸ ਜਿਹੜਾ ਉਹ ਗੜਬੜ ਕਰ ਜਾਏਗਾ, ਤਾਂ ਇਸ ਦੇ ਲਈ ਉਹ ਲੋਕ ਇਹਦਾ ਵਿਰੋਧ ਕਰ ਰਹੇ ਨੇ। ਦੇਖੋ ਜਿਹੜੇ ਲੋਕ ਬਿਲਕੁਲ ਉਹਦੇ ਇਕੋਲੋਜੀਕਲ ਸਿਸਟਮ 'ਤੇ ਡਿਪੈਂਡੈਂਟ ਨੇ ਉਹਨਾਂ ਦੇ ਲਈ ਉਹ ਡਿਵੈਲਪਮੈਂਟ ਨਹੀਂ ਹੈ, ਉਹ ਡਿਸਟਰਕਸ਼ਨ ਹੈ। ਲੇਕਿਨ ਜਿਹੜੇ ਉਸ ਇੰਡਸਟਰੀਅਲਿਸਟ ਵਗੈਰਾ ਨੇ ਬੇਟਾ, ਅਗਰ ਨਰਮਦਾ ਰਿਵਰ ਦੇ ਉੱਪਰ ਡੈਮ ਬਣਦਾ ਹੈ ਤਾਂ ਉਹਨਾਂ ਦੇ ਲਈ ਉਹ ਕਾਫੀ ਜ਼ਿਆਦਾ ਡਿਵੈਲਪਮੈਂਟ ਟਾਸਕ ਹੈ। ਇੱਕ ਹੋਰ ਐਗਜ਼ਾਮਪਲ ਲੈਂਦੇ ਆਪਾਂ, ਰਾਈਟ। ਇਹਦੇ ਨਾਲ ਅਗਰ ਤੁਹਾਨੂੰ ਨਹੀਂ ਕਲੀਅਰ ਹੋਇਆ ਤਾਂ ਇੱਕ ਹੋਰ ਐਗਜ਼ਾਮਪਲ ਆਪਾਂ ਦੇਖਦੇ ਹਾਂ। ਦੇਖੋ ਆਦੀਵਾਸੀ ਰਹਿੰਦੇ ਨੇ, ਸਾਡੀਆਂ ਜਿਹੜੇ ਟਰਾਈਬਲ ਲੋਕ ਨੇ ਜੰਗਲਾਂ ਦੇ ਵਿੱਚ ਰਹਿੰਦੇ ਨੇ, ਜੰਗਲਾਂ ਦੇ ਵਿੱਚ ਰਹਿ ਕੇ ਹੀ ਉਹ ਜਿਹੜੀਆਂ ਚੀਜ਼ਾਂ ਨੂੰ ਉਹਨਾਂ ਦੇ ਉੱਤੇ ਹੀ ਉਹ ਡਿਪੈਂਡ ਕਰਦੇ ਨੇ, ਦਰਖਤਾਂ ਵਗੈਰਾ ਦੇ ਉੱਪਰ ਉੱਥੇ ਹੀ ਉਹ ਖੇਤੀ ਕਰਦੇ ਨੇ ਔਰ ਉਹਨਾਂ ਦਾ ਹੀ ਫਲ ਵਗੈਰਾ ਦੇ ਉੱਪਰ ਜਿਹੜਾ ਉਹ ਡਿਪੈਂਡੈਂਟ ਰਹਿੰਦੇ ਨੇ, ਉਹਨਾਂ ਦੀਆਂ ਜ਼ਰੂਰਤਾਂ ਬਹੁਤ ਘੱਟ ਨੇ। ਹੁਣ ਅਸੀਂ ਕੀ ਕਰ ਰਹੇ ਹਾਂ, ਸਾਡੇ ਜਿਹੜੇ ਉਹ ਇਨਫਰਾਸਟਰਕਚਰ ਡਿਵੈਲਪਮੈਂਟ ਕੰਪਨੀਜ਼ ਹੁੰਦੀਆਂ ਨੇ ਕੀ ਕਰਦੀਆਂ ਨੇ, ਜੰਗਲਾਂ ਦੀ ਕਟਾਈ ਕਰਦੇ ਨੇ, ਉੱਥੇ ਉਹ ਹਾਊਸਿੰਗ ਕੰਪਲੈਕਸ ਵਗੈਰਾ ਬਣਾਉਣੇ ਸ਼ੁਰੂ ਕਰਦੇ ਨੇ ਲਾਈਕ ਦੈਟ। ਉਹ ਕੀ ਕਹਿੰਦੇ ਨੇ ਇਸ ਚੀਜ਼ ਨੂੰ, ਉਹ ਕਹਿੰਦੇ ਨੇ ਇਹ ਡਿਵੈਲਪਮੈਂਟ ਹੈ ਜੀ, ਅਸੀਂ ਇਹਨਾਂ ਨੂੰ ਡਿਵੈਲਪ ਕਰ ਰਹੇ ਹਾਂ, ਗਰੋ ਕਰ ਰਹੇ ਹਾਂ, ਨਵੇਂ ਘਰ ਦੇ ਰਹੇ ਹਾਂ। ਇਹ ਆਦੀਵਾਸੀ ਨੇ, ਜੰਗਲਾਂ ਦੇ ਵਿੱਚ ਰਹਿਣ ਵਾਲੇ ਨੇ, ਇਹਨਾਂ ਨੂੰ ਪਤਾ ਨਹੀਂ, ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਅਸੀਂ ਐਜੂਕੇਸ਼ਨ ਦੇਵਾਂਗੇ, ਚੰਗੀ ਹਾਊਸਿਸ ਵਗੈਰਾ ਦੇਵਾਂਗੇ, ਇੰਪਲੋਇਮੈਂਟ ਓਪਰਚੁਨਿਟੀਜ਼ ਦੇਵਾਂਗੇ, ਸੋ ਦੇ ਕੈਨ ਡਿਵੈਲਪ ਆਲਸੋ। ਬਟ ਅਕੋਰਡਿੰਗ ਟੂ ਦੈਟ ਟਰਾਈਬਲ ਪੀਪਲ, ਉਹਨਾਂ ਦੇ ਲਈ ਡਿਵੈਲਪਮੈਂਟ ਕੀ ਹੈ, ਉਹਨਾਂ ਦੇ ਲਈ ਡਿਵੈਲਪਮੈਂਟ ਸਿਰਫ ਇਹੀ ਹੈ ਕਿ ਉਹਨਾਂ ਦੇ ਜੰਗਲਾਂ ਨੂੰ ਨਾ ਛੇੜਿਆ ਜਾਵੇ। ਜੋ ਵੀ ਉਹ ਜਿਹੜਾ ਕਨਸੈਪਟ ਹੈ ਕਿ ਜਿਵੇਂ ਆਪਾਂ ਦੇਖਦੇ ਹਾਂ ਬਹੁਤ ਸਾਰੇ ਟਰਾਈਬਲ ਇਸ ਚੀਜ਼ ਦਾ ਵਿਰੋਧ ਵੀ ਕਰਦੇ ਨੇ, ਉਹਨਾਂ ਦੇ ਲਈ ਇਹ ਡਿਵੈਲਪਮੈਂਟ ਨਹੀਂ ਹੈ। ਜੰਗਲ ਉਹਨਾਂ ਦੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ, ਜਿਵੇਂ ਆਪਾਂ ਮਿੱਟੀ ਨੂੰ ਆਪਣੀ ਮਾਂ ਮੰਨਦੇ ਹਾਂ ਨਾ, ਪੰਜਾਬ ਦੇ ਕਿਸਾਨ ਲੋਕ ਜਿੱਦਾਂ ਆਪਾਂ ਸਾਰੇ ਉਹਦੇ ਨਾਲ ਹੀ ਫੈਮਲੀਆਂ ਨਾਲ ਰਿਲੇਟ ਰੱਖਦੇ ਹਾਂ, ਤਾਂ ਜਿਹੜੇ ਸਾਡੇ ਕਿਸਾਨ ਨੇ ਉਹ ਮਿੱਟੀ ਨੂੰ ਆਪਣੀ ਮਾਂ ਮੰਨਦੇ ਨੇ, ਠੀਕ ਹੈ, ਵਾਤਾਵਰਣ ਨੂੰ। ਤਾਂ ਜਿਹੜੇ ਟਰਾਈਬਲ ਲੋਕ ਨੇ ਉਹ ਜੰਗਲਾਂ ਨੂੰ ਆਪਣੇ ਬਿਲਕੁਲ ਉਸੇ ਤਰ੍ਹਾਂ ਹੀ ਪੂਜਦੇ ਨੇ, ਉਹਨਾਂ ਦੇ ਲਈ ਉਹ ਬਹੁਤ ਜ਼ਿਆਦਾ ਪਵਿੱਤਰ ਚੀਜ਼ਾਂ ਨੇ। ਜੰਗਲਾਂ ਦੀ ਕਟਾਈ ਉਹਨਾਂ ਦੇ ਲਈ ਕਿਸੇ ਵੀ ਤਰੀਕੇ ਨਾਲ ਡਿਵੈਲਪਮੈਂਟ ਨਹੀਂ ਹੈ ਬੇਟਾ, ਰਾਈਟ। ਔਰ ਜਿਹੜੇ ਉਹ ਇੰਡਸਟਰੀਅਲਿਸਟ ਨੇ ਜਿਨ੍ਹਾਂ ਨੇ ਆਪਣੀ ਇੰਡਸਟਰੀ ਉੱਥੇ ਸੈਟਅਪ ਕਰਨੀ ਹੈ ਜਾਂ ਵੱਡੇ ਵੱਡੇ ਕੋਆਪਰੇਟਿਵਸ ਘਰਾਣੇ ਨੇ ਜਿਹੜੇ ਨੇ ਉਹਨਾਂ ਨੇ ਉੱਥੇ ਆਪਣੇ ਕਾਰੋਬਾਰ ਸੈਟਅਪ ਕਰਨੇ ਨੇ, ਉਹਨਾਂ ਦੇ ਲਈ ਉਹ ਡਿਵੈਲਪਮੈਂਟ ਹੈ। ਇੱਕ ਹੋਰ ਆਪਾਂ ਛੋਟੀ ਐਗਜ਼ਾਮਪਲ ਡਿਸਕਸ ਕਰਦੇ ਹਾਂ। ਦੇਖੋ ਇੱਕ ਝੁੱਗੀ ਝੌਂਪੜੀ ਵਾਲਾ ਸਲਮ ਏਰੀਆ ਹੈ ਕਿਸੇ ਸਿਟੀ ਦੇ ਅੰਦਰ, ਰਾਈਟ। ਇੱਕ ਬਿਲਡਰ ਨੇ ਉਹਨਾਂ ਨੂੰ ਕੀ ਕਿਹਾ
ਕਿ ਇੱਥੋਂ ਜਿਹੜਾ ਹੈ ਅਸੀਂ ਇੱਕ ਬਹੁਤ ਵਧੀਆ ਸ਼ਾਪਿੰਗ ਕੰਪਲੈਕਸ ਬਣਾ ਰਹੇ ਹਾਂ ਜਾਂ ਸਿਟੀ ਸੈਂਟਰ ਡਿਵੈਲਪ ਕਰਾਂਗੇ ਤਾਂ ਜੋ ਇਹ ਸ਼ਹਿਰ ਜਿਹੜਾ ਉਹ ਡਿਵੈਲਪ ਕਰ ਸਕੇ, ਨਵੀਆਂ ਬਿਜ਼ਨਸ ਓਪਰਚੁਨਿਟੀਜ਼ ਜਿਹੜੀਆਂ ਨੇ ਉਹ ਗਰੋ ਹੋ ਸਕਣਗੀਆਂ, ਬਿਊਟੀਫਿਕੇਸ਼ਨ ਹੋ ਜਾਏਗਾ ਸ਼ਹਿਰ ਦਾ। ਤਾਂ ਇਹ ਸਲਮ ਜਿਹੜੀ ਇਹਨੂੰ ਇੱਥੋਂ ਹਟਾ ਕੇ ਜਗ੍ਹਾ ਨੂੰ ਖਾਲੀ ਕਰ ਦਿੱਤਾ ਜਾਵੇ, ਇੱਥੇ ਜਿਹੜੀ ਹੈ ਇੱਕ ਵਧੀਆ ਜਿਹਾ ਉਹ ਸ਼ਾਪਿੰਗ ਕੰਪਲੈਕਸ ਜਾਂ ਸਿਟੀ ਸੈਂਟਰ ਡਿਵੈਲਪ ਕਰਦੇ ਹਾਂ। ਦੇਖੋ ਬਹੁਤ ਸਾਰੇ ਲੋਕਾਂ ਲਈ ਉਹ ਡਿਵੈਲਪਮੈਂਟ ਹੋ ਸਕਦੀ ਹੈ, ਜਿਹੜੇ ਬਿਲਡਰ ਨੇ ਜਾਂ ਜਿਹੜੇ ਉਹ ਕੋਆਪਰੇਟਿਵ ਜਿਹੜੇ ਹੋਰ ਨੇ ਵਪਾਰੀ ਨੇ, ਟਰੇਡਰ ਵਗੈਰਾ ਨੇ, ਉਹਨਾਂ ਦੀਆਂ ਨਵੀਆਂ ਸ਼ਾਪ ਬਣ ਜਾਣਗੀਆਂ, ਸਿਟੀ ਦੀ ਬਿਊਟੀਫਿਕੇਸ਼ਨ ਜ਼ਰੂਰ ਹੋ ਜਾਏਗੀ, ਇਹਦੇ ਵਿੱਚ ਕੋਈ ਡਾਊਟ ਨਹੀਂ। ਲੇਕਿਨ ਕੀ ਤੁਸੀਂ ਸਮਝਦੇ ਹੋ ਕਿ ਉੱਥੋਂ ਉਸ ਸਲਮ ਏਰੀਏ ਨੂੰ ਖ਼ਤਮ ਕਰ ਦੇਣ ਦੇ ਨਾਲ ਜਿਹੜੇ ਲੋਕ ਉੱਥੇ ਰਹਿੰਦੇ ਸੀਗੇ, ਉਹ ਜਿਹੜੇ ਘਰਾਂ ਵਾਲੇ ਲੋਕ, ਕੀ ਉਹਨਾਂ ਦੇ ਲਈ ਇਹ ਡਿਵੈਲਪਮੈਂਟ ਹੈ? ਬਿਲਕੁਲ ਨਹੀਂ ਬੇਟੇ, ਉਹਨਾਂ ਦੇ ਲਈ ਇਹ ਕਿਸੇ ਵੀ ਤਰੀਕੇ ਨਾਲ ਡਿਵੈਲਪਮੈਂਟ ਜਿਹੜੀ ਉਹ ਨਹੀਂ ਹੈ, ਉਹਨਾਂ ਦੇ ਲਈ ਇਹ ਡਿਸਟਰਕਸ਼ਨ ਹੈ, ਕਿਉਂਕਿ ਉਹਨਾਂ ਦੇ ਤਾਂ ਘਰ-ਬਾਰ ਟੁੱਟ ਗਏ। ਡਿਵੈਲਪਮੈਂਟ ਕਿਹਦੇ ਲਈ ਹੈ? ਜਿਨ੍ਹਾਂ ਨੂੰ ਉਹਦੇ ਤੋਂ ਬੈਨੀਫਿਟ ਹੋ ਗਿਆ। ਸੋ ਇਹ 3 ਮੇਜਰ ਫੀਚਰ ਨੇ ਡਿਵੈਲਪਮੈਂਟ ਦੇ, ਇਹਨਾਂ ਨੂੰ ਤੁਸੀਂ ਥੋੜ੍ਹਾ ਜਿਹਾ ਧਿਆਨ ਨਾਲ ਵਿੱਚ ਰੱਖਣਾ ਹੈ। ਨੈਕਸਟ ਵਾਲੀਆਂ ਸਲਾਈਡਸ 'ਚ ਇਹਨਾਂ ਨੂੰ ਆਪਾਂ ਹੋਰ ਡਿਸਕਸ ਕਰਦੇ ਹਾਂ। ਦੇਖੋ, ਡਿਫਰੈਂਟ ਪੀਪਲ ਡਿਫਰੈਂਟ ਗੋਲ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲੈਂਡਲੈਸ ਰੂਰਲ ਲੇਬਰਲ ਦੀ, ਰਾਈਟ ਬੇਟੇ? ਤਾਂ ਉਹ ਕੀ ਨੇ? ਜਿਨ੍ਹਾਂ ਦੇ ਕੋਲ ਪਿੰਡਾਂ ਦੇ ਵਿੱਚ ਜਿਹੜੀ ਇੱਕ ਮਜ਼ਦੂਰੀ ਕਰਨ ਵਾਲਾ ਵਰਗ ਹੁੰਦਾ, ਜਿਨ੍ਹਾਂ ਦੇ ਕੋਲ ਆਪਣੀ ਜ਼ਮੀਨ ਨਹੀਂ ਹੁੰਦੀ। ਦੇਖੋ, ਤਾਂ ਉਹਨਾਂ ਦਾ ਡਿਵੈਲਪਮੈਂਟ ਗੋਲ ਕੀ ਹੋਏਗਾ? ਉਹ ਚਾਹਣਗੇ ਮੋਰ ਡੇ ਆਫ ਵਰਕ ਐਂਡ ਬੈਟਰ ਵੇਗਸ, ਜ਼ਿਆਦਾ ਤੋਂ ਜ਼ਿਆਦਾ ਦਿਨ ਉਹਨਾਂ ਨੂੰ ਕੰਮ ਮਿਲੇ ਔਰ ਚੰਗੇ ਜਿਹੜੇ ਪੈਸੇ ਨੇ ਉਹ ਮਿਲ ਸਕਣ। ਲੋਕਲ ਸਕੂਲ ਇਜ਼ ਏਬਲ ਟੂ ਪ੍ਰੋਵਾਈਡ ਕੁਆਲਿਟੀ ਐਜੂਕੇਸ਼ਨ ਫॉर देयर ਚਿਲਡਰਨ, ਪਿੰਡਾਂ ਦੇ ਜਿਹੜੇ ਸਕੂਲ ਨੇ ਉਹਨਾਂ ਦੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾ ਸਕਣ। ਦੇयर ਇਜ਼ ਨੋ ਸੋਸ਼ਲ ਡਿਸਕ੍ਰਿਮੀਨੇਸ਼ਨ ਐਂਡ ਦੇ ਟੂ ਕੈਨ ਬਿਕਮ ਲੀਡਰ ਇਨ ਦ ਵਿਲੇਜ, ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਸੋਸ਼ਲ ਡਿਸਕ੍ਰਿਮੀਨੇਸ਼ਨ ਨਾ ਹੋਵੇ। ਇਹ ਥੋੜ੍ਹਾ ਜਿਹਾ ਜਿਹੜਾ ਤੁਸੀਂ 8th ਕਲਾਸ ਵਿੱਚ ਪੜ੍ਹ ਕੇ ਆਏ ਹੋ, ਸੈਕਸ਼ਨਾਈਜ਼ ਮਾਰਜਨ, ਰਾਈਟ, ਹਰੀਜ਼ਨ ਵਾਲਾ ਕੰਸੈਪਟ ਜਿਹੜਾ ਤੁਸੀਂ ਪੜ੍ਹ ਕੇ ਆਏ ਹੋ ਨਾ 8th ਕਲਾਸ ਦੇ ਵਿੱਚ, ਜਿਹੜੇ ਸੋਸਾਇਟੀ ਦੇ ਮਾਰਜਨਲਾਈਜ਼ ਸੈਕਸ਼ਨਸ ਨੇ, ਇਹ ਉਹਨਾਂ ਦੇ ਨਾਲ ਇੱਥੇ ਥੋੜ੍ਹਾ ਜਿਹਾ ਰੈਫਰ ਕਰ ਰਿਹਾ। ਦੈਨ ਆ ਗਿਆ ਪ੍ਰੋਸਪਰੀਅਸ ਫਾਰਮਰ ਫਰੋਮ ਪੰਜਾਬ ਦੇ ਜਿਹੜੇ ਖੁਸ਼ਹਾਲ ਕਿਸਾਨ ਨੇ, ਉਹਨਾਂ ਦੇ ਲਈ ਡਿਵੈਲਪਮੈਂਟ ਗੋਲ ਕੀ ਹੈ? ਅਸ਼ੋਰਡ ਅ ਹਾਈ ਫੈਮਿਲੀ ਇਨਕਮ ਥਰੂ ਹਾਇਰ ਸਪੋਰਟ ਪ੍ਰਾਈਸ ਫॉर देयर ਕ੍ਰੌਪ ਐਂਡ ਥਰੂ ਹਾਰਡ ਵਰਕ ਐਂਡ ਚੀਪ ਲੇਬਰ। ਕਹਿੰਦਾ ਕਿ ਉਹਦੀ ਫੈਮਿਲੀ ਦੀ ਇਨਕਮ ਵੱਧ ਜਾਵੇ, ਕਿਵੇਂ? ਉਹਦੀ ਜਿਹੜੀ ਫਸਲਾਂ ਦਾ MSP ਹੈ ਉਹ ਜ਼ਿਆਦਾ ਤੋਂ ਜ਼ਿਆਦਾ ਉਹਨੂੰ ਮਿਲੇ, ਔਰ ਜਿਹੜੀ ਲੇਬਰ ਹੈ ਉਹਦਾ ਖਰਚਾ ਉਹਨੂੰ ਘੱਟ ਆਵੇ। ਦੇ ਸ਼ੁੱਡ ਬੀ ਏਬਲ ਟੂ ਸੈਟਲ ਦੇਅਰ ਚਿਲਡਰਨ ਅਬਰੋਡ, ਔਰ ਉਹ ਆਪਣੇ ਬੱਚਿਆਂ ਨੂੰ ਬਾਹਰਲੀ ਕੰਟਰੀ, ਕਿਸੇ ਕੈਨੇਡਾ ਵਗੈਰਾ ਦੇ ਵਿੱਚ ਜਿਹੜਾ ਸੈਟਲ ਕਰ ਸਕੇ, ਅਬਰੋਡ ਦੇ ਵਿੱਚ ਕਿਸੇ ਕੰਟਰੀ ਸੈਟਲ ਕਰ ਸਕੇ। ਪੰਜਾਬ ਦੇ ਕਿਸਾਨਾਂ ਦਾ ਟਰੈਂਡ ਹੈ। ਨੈਕਸਟ ਅਗਰ ਬੇਟੇ ਆਪਾਂ ਗੱਲ ਕਰਦੇ ਹਾਂ ਫਾਰਮਰ ਹੂ ਡਿਪੈਂਡ ਓਨਲੀ ਔਨ ਰੇਨ ਫॉर ਗਰੋਇੰਗ ਕ੍ਰੌਪ, ਉਹਦੇ ਲਈ ਡਿਵੈਲਪਮੈਂਟ ਗੋਲ ਕੀ ਹੋਣਗੇ? ਦੇਖੋ, ਰੇਨ ਦੇ ਉੱਪਰ ਡਿਪੈਂਡ ਕਰਦਾ ਹੈ, ਤਾਂ ਉਹਦਾ ਡਿਵੈਲਪਮੈਂਟ ਗੋਲ ਕੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਰੇਨ ਹੋਵੇ ਤਾਂ ਜੋ ਉਹਦੀ ਫਸਲ ਵਧੀਆ ਤਰੀਕੇ ਨਾਲ ਚੱਲ ਸਕੇ, ਉਹਦਾ ਮਾਨਸੂਨ ਸਿਸਟਮ ਜਿਹੜਾ ਉਹ ਵਧੀਆ ਬਾਰਿਸ਼ ਕਰੇ ਔਰ ਉਹਦੀ ਫਸਲ ਨੂੰ ਚੰਗਾ ਪਾਣੀ ਮਿਲ ਸਕੇ ਔਰ ਆਪਣੀ ਫਸਲ ਨੂੰ ਉਹ ਗਰੋ ਕਰ ਸਕੇ। ਰੂਰਲ ਵੂਮਨ ਫਰੋਮ ਅ ਲੈਂਡ ਓਇੰਗ ਫੈਮਿਲੀ, ਪਿੰਡਾਂ ਦੇ ਵਿੱਚ ਜਿਹੜੇ ਜ਼ਮੀਨਾਂ ਵਾਲੇ ਜਿਹੜੇ ਪਰਿਵਾਰ ਨੇ, ਜਿਨ੍ਹਾਂ ਪਰਿਵਾਰਾਂ ਦੇ ਕੋਲ ਜ਼ਮੀਨ ਹੈ, ਉਹਨਾਂ ਦੀ ਵੂਮਨ ਦਾ ਕੀ ਐਸਪੀਰੇਸ਼ਨ ਹੈ? ਉਹ ਬੇਟੇ ਲੜਕੀਆਂ ਕੀ ਸੋਚਣਗੀਆਂ ਕਿ ਅਸੀਂ ਵੀ ਆਪਣੇ ਬ੍ਰਦਰ ਦੀ ਤਰ੍ਹਾਂ ਫਰੀਡਮ ਹਾਸਲ ਕਰ ਸਕੀਏ ਔਰ ਸ਼ਹਿਰ ਜਾ ਕੇ ਜਿਹੜਾ ਵੱਡੇ ਸਕੂਲ ਕਾਲਜਸ ਦੇ ਵਿੱਚ ਪੜ੍ਹ ਸਕੀਏ ਤਾਂ ਜੋ ਆਪਣੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਪੂਰਾ ਕਰ ਸਕੀਏ। ਦੈਨ ਅਰਬਨ ਅਨਇੰਪਲੋਇਡ ਯੂਥ, ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਅਨਇੰਪਲੋਇਡ ਯੂਥ ਨੇ ਜਿਹੜੇ, ਉਹ ਕੀ ਚਾਹੁੰਦੇ ਨੇ? ਦੇ ਆਲਸੋ ਵਾਂਟ ਸਮ ਵਰਕ, ਉਹ ਕੋਈ ਕੰਮ ਚਾਹੁੰਦੇ ਨੇ ਕਿ ਸਾਨੂੰ ਕੋਈ ਜੋਬ ਮਿਲੇ, ਜੋਬ ਜਿਹਦੇ 'ਚ ਸਾਨੂੰ ਚੰਗੀ ਅਰਨਿੰਗ ਹੋ ਸਕੇ। ਉਹਨਾਂ ਦਾ ਡਿਵੈਲਪਮੈਂਟ ਗੋਲ ਇਹ ਹੈ ਜੀ। ਅ ਬॉय ਫਰੋਮ ਅ ਰਿਚ ਅਰਬਨ ਫੈਮਿਲੀ, ਉਹ ਕੀ ਚਾਹੇਗਾ ਬੇਟਾ? ਵੱਡੀ ਗੱਡੀ ਚਾਹੇਗਾ, ਹੋਰ ਵੱਡੀ ਗੱਡੀ ਚਾਹੇਗਾ, ਜ਼ਿਆਦਾ ਦੂਰ ਦੂਰ ਤੱਕ ਜਿਹੜੀਆਂ ਵਕੇਸ਼ਨਸ ਵਗੈਰਾ ਜਿਹੜੀਆਂ ਨੇ ਉਹ ਸੈਲੀਬ੍ਰੇਟ ਕਰਨਾ ਚਾਹੇਗਾ ਆਪਣੇ ਫਰੈਂਡਸ ਦੇ ਨਾਲ, ਹੋਰ ਜ਼ਿਆਦਾ ਲਗਜ਼ਰੀ ਲਾਈਫ ਨੂੰ ਜਿਉਣਾ ਚਾਹੇਗਾ। ਅ ਗਰਲ ਫਰੋਮ ਅ ਰਿਚ ਅਰਬਨ ਫੈਮਿਲੀ, she get as much freedom as her brother and is able to decide what she want to do in life. She is able to pursue her studies abroad. ਆਪਣੇ ਬ੍ਰਦਰ ਦੀ ਤਰ੍ਹਾਂ ਪਹਿਲੀ ਗੱਲ ਤਾਂ ਇਹ ਕਿ ਉਹ ਚਾਹੁੰਦੀ ਹੈ ਆਜ਼ਾਦੀ ਉਸ ਨੂੰ ਮਿਲੇ, ਔਰ ਉਹ ਵੀ ਚਾਹੇਗੀ ਨਾਲ ਕਿ ਉਸ ਨੂੰ ਜਿਹੜਾ ਹੈ ਉਹ ਆਪਣੀ ਮਰਜ਼ੀ ਦੇ ਨਾਲ ਜੋ ਅੱਗੇ ਬਣਨਾ ਚਾਹੁੰਦੀ ਹੈ ਜਾਂ ਕਰਨਾ ਚਾਹੁੰਦੀ ਹੈ ਉਸ ਚੀਜ਼ ਦੇ ਵਿੱਚ ਉਸ ਨੂੰ ਖੁੱਲ੍ਹ ਹੋਵੇ, ਜਿਹੜੀ ਕਿ ਸਾਡੇ ਨਹੀਂ ਹੈ। ਜੈਂਡਰ ਡਿਸਕ੍ਰਿਮੀਨੇਸ਼ਨ ਵੀ ਆਲਸੋ ਡਿਸਕਸ ਇਨ 7th or 8th class. Income and other goals. After study the above table, ਜਿਹੜਾ ਅਸੀਂ ਟੇਬਲ ਬੇਟੇ ਹੁਣ ਡਿਸਕਸ ਕਰਕੇ ਹਟੇ ਹਾਂ ਲਾਸਟ ਸਲਾਈਡ ਦੇ ਵਿੱਚ, we notice one common thing, that is people desires are regular work. ਲੋਕਾਂ ਦੀ ਕੀ ਚਾਹੁੰਦੇ ਨੇ? ਉਹ ਰੈਗੂਲਰ ਵਰਕ ਚਾਹੁੰਦੇ ਨੇ, ਬੈਟਰ ਵੇਗਸ ਐਂਡ ਡਿਸੈਂਟ ਪ੍ਰਾਈਸ ਫॉर देयर ਕ੍ਰੌਪਸ ਔਰ ਅਦਰ ਪ੍ਰੋਡਕਟ। ਜੋ ਵੀ ਉਹ ਪ੍ਰੋਡਿਊਸ ਕਰ ਰਹੇ ਨੇ, ਉਹਨਾਂ ਦੀ ਜੋ ਵੀ ਪ੍ਰੋਡਕਸ਼ਨ ਹੈ ਉਸ ਨੂੰ ਬਹੁਤ ਵਧੀਆ ਅਤੇ ਚੰਗਾ ਉਹਦਾ ਪ੍ਰਾਈਸ ਜਿਹੜਾ ਉਹਨਾਂ ਨੂੰ ਮਿਲਦਾ ਰਹੇ। ਇਨ ਅਦਰ ਵਰਡਸ ਦੇ ਵਾਂਟ ਮੋਰ ਇਨਕਮ because income is directly related with development. Both are directly proportionate. Besides seeking more income one way or the other, people also seek things like equal treatment, freedom, security and respect of others.
ਦੇਖੋ ਸੁਸਾਇਟੀ ਦੇ ਵਿੱਚ ਬੇਟੇ ਕੁਝ ਇਦਾਂ ਦੀਆਂ ਚੀਜ਼ਾਂ ਵੀ ਨੇ ਜਿਹੜੀਆਂ ਆਪਾਂ ਪੈਸੇ ਨਾਲ ਨਹੀਂ ਲੈ ਸਕਦੇ। ਤਾਂ ਡਿਵੈਲਪਮੈਂਟ ਕੀ ਹੈ, ਉਹਨਾਂ ਦੋਨੋਂ ਆਸਪੈਕਟ ਦੇ ਵਿੱਚ ਚੱਲਦੀ ਹੈ। ਇਹ ਵੀ ਇੱਕ ਡਿਵੈਲਪਮੈਂਟ ਦਾ ਆਸਪੈਕਟ ਹੈ ਕਿ ਸਿਰਫ ਇਹੀ ਨਹੀਂ ਕਿ ਤੁਹਾਨੂੰ ਸਿਰਫ ਇਨਕਮ ਹੀ ਜ਼ਿਆਦਾ ਚਾਹੀਦੀ ਹੈ। ਇਸ ਦੇ ਇਲਾਵਾ ਡਿਵੈਲਪਮੈਂਟ ਦਾ ਮਕਸਦ ਇਹ ਵੀ ਹੈ ਕਿ ਤੁਹਾਨੂੰ ਜਿਹੜਾ ਹੈ ਇਕੁਅਲ ਟਰੀਟਮੈਂਟ ਮਿਲੇ ਸੁਸਾਇਟੀ ਦੇ ਵਿੱਚ, ਫਰੀडम ਮਿਲੇ, ਸਿਕਿਉਰਿਟੀ ਵੀ ਔਰ ਰਿਸਪੈਕਟ ਵੀ ਜਿਹੜੀ ਉਹ ਰਵੇ ਦੂਸਰਿਆਂ ਦੇ ਲਈ ਵੀ। ਸੋ ਇਹ ਵੀ ਕੀ ਹੈ, ਇਨਕਮ ਦੇ ਵਿੱਚ ਹੀ ਡਿਵੈਲਪਮੈਂਟ ਦੇ ਵਿੱਚ ਹੀ ਅਸੀਂ ਇਸ ਚੀਜ਼ ਨੂੰ ਲੈ ਕੇ ਆਵਾਂਗੇ। ਨੇਸ਼ਨ ਡਿਵੈਲਪਮੈਂਟ ਜਿਹੜੀ ਨੈਸ਼ਨਲ ਡਿਵੈਲਪਮੈਂਟ ਹੈ ਉਸ ਦੇ ਬਾਰੇ ਦੇਖਦੇ ਹਾਂ ਕੀ ਚੀਜ਼ ਆਉਂਦੀ ਹੈ। ਇਟ ਇਜ਼ ਵੈਰੀ ਇੰਪੋਰਟੈਂਟ ਟੂ ਕੀਪ ਇਨ ਮਾਈਂਡ ਦੈਟ ਡਿਫਰੈਂਟ ਪਰਸਨ ਕੁਡ ਹੈਵ ਡਿਫਰੈਂਟ ਐਜ਼ ਵੈਲ ਐਜ਼ ਕਨਫਲਿਕਟਿੰਗ ਨੋਸ਼ਨਸ ਆਫ ਕੰਟਰੀਜ਼ ਡਿਵੈਲਪਮੈਂਟ। ਜਿਸ ਤਰੀਕੇ ਨਾਲ ਆਪਾਂ ਦੇਖਿਆ ਨਾ ਕਿ ਹਰ ਇੱਕ ਪਰਸਨ ਦੇ ਲਈ ਬੇਟਾ ਉਸ ਦੀ ਡਿਵੈਲਪਮੈਂਟ ਦਾ ਗੋਲ ਡਿਫਰੈਂਟ ਹੈ, ਇਸੇ ਤਰੀਕੇ ਨਾਲ ਹਰ ਪਰਸਨ ਦੀ ਨੇਸ਼ਨ ਦੀ ਡਿਵੈਲਪਮੈਂਟ ਜਿਹੜੀ ਉਹ ਵੀ ਡਿਫਰ ਕਰਦੀ ਹੈ। ਇੱਕ ਅਮੀਰ ਕੋਆਪਰੇਟਿਵ ਸੈਕਟਰ ਦੇ ਵਿੱਚ ਜਿਹੜੇ ਰਾਜ ਕਰਨ ਵਾਲੇ ਲੋਕ ਨੇ ਉਹ ਕੀ ਸੋਚਣਗੇ ਕਿ ਉਹਨਾਂ ਦੀ ਜਿਹੜੀ ਹੈ ਗਵਰਨਮੈਂਟ ਦੀਆਂ ਪੋਲਿਸੀਜ਼ ਜਿਹੜੀਆਂ ਨੇ ਉਹਨਾਂ ਦੇ ਫੇਵਰ ਦੇ ਵਿੱਚ ਬਣਨ, ਰਾਈਟ, ਔਰ ਜ਼ਿਆਦਾ ਤੋਂ ਜ਼ਿਆਦਾ ਇੰਡਸਟਰੀ ਜਿਹੜੀ ਉਹਨਾਂ ਦੀ ਗਰੋ ਕਰੇ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਟਸ ਜਿਹੜੇ ਨੇ ਉਹ ਵੇਚਣ, ਉਹਨਾਂ ਦਾ ਜਿਹੜਾ ਟੈਕਸ ਹੈ ਉਹਨਾਂ ਦੇ ਉੱਪਰ ਜਿਹੜਾ ਲੱਗਣ ਵਾਲਾ ਉਹ ਘੱਟ ਮਿਲੇ। ਇਹ ਉਹਦੇ ਲਈ ਡਿਵੈਲਪਮੈਂਟ ਗੋਲ ਹੈ। ਬਟ ਇੱਕ ਸੈਲਰੀਡ ਪਰਸਨ ਜੋ ਹੈ ਸ਼ਹਿਰ ਵਿੱਚ ਰਹਿਣ ਵਾਲਾ, ਉਹਦੇ ਲਈ ਡਿਵੈਲਪਮੈਂਟ ਜਿਹੜੀ ਨੈਸ਼ਨਲ ਡਿਵੈਲਪਮੈਂਟ ਕੀ ਹੈ, ਉਹਦੇ ਲਈ ਨੈਸ਼ਨਲ ਡਿਵੈਲਪਮੈਂਟ ਹੋਏਗੀ ਉਹਦੇ ਬੱਚਿਆਂ ਲਈ ਚੰਗੇ ਵਧੀਆ ਸਕੂਲ ਹੋਣ ਜਿਨ੍ਹਾਂ ਦੇ ਵਿੱਚ ਫੀਸ ਘੱਟ ਹੋਵੇ ਔਰ ਉਹ ਉੱਥੇ ਆਪਣੇ ਬੱਚਿਆਂ ਨੂੰ ਪੜ੍ਹਾ ਸਕੇ ਔਰ ਉਹਦੇ ਬੱਚੇ ਚੰਗੀਆਂ ਵਧੀਆ ਜੌਬਸ ਦੇ ਉੱਪਰ ਜਿਹੜੇ ਸੈਟਲ ਹੋ ਜਾਣ, ਰਾਈਟ। ਉਹਦੇ ਲਈ ਉਹ ਡਿਵੈਲਪਮੈਂਟ ਦਾ ਗੋਲ ਹੈ। ਪਿੰਡ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਨੇ ਉਹਨਾਂ ਦੇ ਲਈ ਡਿਵੈਲਪਮੈਂਟ ਦਾ ਗੋਲ ਕੀ ਹੈ, ਉਹਨਾਂ ਦੇ ਲਈ ਡਿਵੈਲਪਮੈਂਟ ਹੈ ਬੇਟੇ ਉਹਨਾਂ ਦੇ ਪਿੰਡ ਨੂੰ ਸ਼ਹਿਰ ਦੇ ਨਾਲ ਜਿਹੜਾ ਹੈ ਪੱਕੀ ਸੜਕ ਨਾਲ ਜੋੜਿਆ ਜਾਵੇ, ਉਹਨਾਂ ਨੂੰ 24 ਆਵਰ ਇਲੈਕਟ੍ਰਿਸਿਟੀ ਮਿਲੇ। ਉਹਨਾਂ ਦੇ ਲਈ ਨੈਸ਼ਨਲ ਡਿਵੈਲਪਮੈਂਟ ਇਹ ਹੈ ਉਹਨਾਂ ਦੇ ਬੱਚੇ ਚੰਗੇ ਸਕੂਲ ਵਿੱਚ ਪੜ੍ਹ ਸਕਣ, ਉਹਨਾਂ ਨੂੰ ਚੰਗੀਆਂ ਮੈਡੀਕਲ ਫੈਸਿਲਿਟੀਜ਼ ਮਿਲ ਸਕਣ। ਲੇਕਿਨ ਸ਼ਹਿਰਾਂ ਦੇ ਵਿੱਚ ਹੁਣ ਤੁਸੀਂ ਡਿਵੈਲਪਮੈਂਟ ਗੋਲ ਦੀ ਗੱਲ ਕਰੋਗੇ ਤਾਂ ਉੱਥੇ ਤਾਂ ਇਹ ਸਾਰੀਆਂ ਚੀਜ਼ਾਂ ਨੇ ਪਹਿਲਾਂ ਹੀ ਨੇ, ਪੱਕੀਆਂ ਸੜਕਾਂ ਵੀ ਨੇ, 24 ਆਵਰ ਇਲੈਕਟ੍ਰਿਸਿਟੀ ਸਪਲਾਈ ਹੈ, ਮੈਡੀਕਲ ਫੈਸਿਲਿਟੀਜ਼, ਐਜੂਕੇਸ਼ਨ ਫੈਸਿਲਿਟੀਜ਼। ਤਾਂ ਉਹ ਕੀ ਚਾਹੁੰਦੇ ਨੇ, ਉਹ ਲਗਜ਼ਰੀ ਸਰਵਿਸਿਜ਼ ਦੇ ਵੱਲ ਚੱਲਦੇ ਨੇ, ਰਾਈਟ। ਤਾਂ ਡਿਫਰੈਂਟ ਪਰਸਨਸ ਦੇ ਅਕੋਰਡਿੰਗ ਨੈਸ਼ਨਲ ਡਿਵੈਲਪਮੈਂਟ ਦਾ ਮਤਲਬ ਵੀ ਬਦਲ ਜਾਂਦਾ ਹੈ। ਤੁਹਾਡੇ ਲਈ ਨੈਸ਼ਨਲ ਡਿਵੈਲਪਮੈਂਟ ਕੁਝ ਹੋਰ ਹੋ ਸਕਦੀ ਹੈ, ਮੇਰੇ ਲਈ ਕੁਝ ਹੋਰ ਹੈ। ਪੰਜਾਬ ਦੇ ਕਿਸਾਨਾਂ ਦੇ ਲਈ ਜਾਂ ਪੰਜਾਬ ਦੇ ਲੋਕਾਂ ਦੇ ਲਈ ਨੈਸ਼ਨਲ ਡਿਵੈਲਪਮੈਂਟ ਹੋਰ ਹੈ, ਬਿਹਾਰ ਦੇ ਲੋਕਾਂ ਦੇ ਲਈ ਨੈਸ਼ਨਲ ਡਿਵੈਲਪਮੈਂਟ ਕੁਝ ਹੋਰ ਚੀਜ਼ ਮਾਇਨੇ ਰੱਖਦੀ ਹੈ। ਨਾਰਦਰਨ ਈਸਟਰਨ ਸਟੇਟਸ ਦੇ ਵਿੱਚ ਨੈਸ਼ਨਲ ਡਿਵੈਲਪਮੈਂਟ ਦੇ ਮਾਇਨੇ ਕੁਝ ਹੋਰ ਨੇ, ਜੰਮੂ ਕਸ਼ਮੀਰ ਦੇ ਵਿੱਚ ਨੈਸ਼ਨਲ ਡਿਵੈਲਪਮੈਂਟ ਦੇ ਮਾਇਨੇ ਕੁਝ ਹੋਰ ਨੇ। ਮਤਲਬ ਪਲੇਸ ਔਰ ਪਰਸਨਸ ਜਿਹੜੇ ਨੇ ਉਹਨਾਂ ਦੀ ਡਿਫਰੈਂਸ਼ੀਏਟ ਹੋਣ ਦੇ ਨਾਲ ਇਸ ਦੇ ਜਿਹੜੇ ਨੇ ਮੀਨਿੰਗ ਵੀ ਬਦਲਦੇ ਨੇ। ਨੈਸ਼ਨਲ ਡਿਵੈਲਪਮੈਂਟ ਇਜ਼ ਅ ਬ੍ਰੌਡ ਟਰਮ ਵਿਚ ਇਨਕਲੂਡ ਕੀ ਚੀਜ਼ਾਂ ਆਉਂਦੀਆਂ ਨੇ ਨੈਸ਼ਨਲ ਡਿਵੈਲਪਮੈਂਟ 'ਚ। ਇੰਪਰੂਵਮੈਂਟ ਇਨ ਲਿਵਿੰਗ ਸਟੈਂਡਰਡ ਦੇ ਵਿੱਚ ਜਿਹੜਾ ਹੈ ਉਹ ਇੰਪਰੂਵਮੈਂਟ ਹੋਵੇ ਲੋਕਾਂ ਦੇ। ਇਨਕਰੀਜ਼ ਇਨ ਪਰ ਕੈਪੀਟਲ ਇਨਕਮ ਪ੍ਰੋਵਾਈਡਿੰਗ ਸੋਸ਼ਲ ਇਮਿਊਨਿਟੀਜ਼ ਲਾਈਕ ਐਜੂਕੇਸ਼ਨ, ਮੈਡੀਕਲ ਕੇਅਰ, social service etc to the citizen of the country. So this is all is national development. ਇਹ ਸਾਰੀਆਂ ਚੀਜ਼ਾਂ ਬੇਟੇ ਆਉਂਦੀਆਂ ਨੇ ਤੁਹਾਡੀ ਨੈਸ਼ਨਲ ਡਿਵੈਲਪਮੈਂਟ ਦੇ ਵਿੱਚ। ਨਾਓ ਇੱਕ 9th ਕਲਾਸ ਦੇ ਵਿੱਚ ਨਾ ਆਪਾਂ ਚੈਪਟਰ ਪੜ੍ਹ ਕੇ ਆਏ ਸੀ ਇਕਨੋਮਿਕਸ ਦਾ, ਉਹਦੇ ਵਿੱਚ ਵੀ ਇਹੀ ਪੋਵਰਟੀ ਵਾਲਾ ਡਿਸਕਸ ਕੀਤਾ ਸੀ ਔਰ ਉਹਦੇ ਵਿੱਚ ਤੁਸੀਂ ਇੱਕ ਕਨਸੈਪਟ ਸਮਝਿਆ ਸੀ ਸਟੇਟ ਡਿਸਪੈਰਿਟੀਜ਼। ਜੋ ਸਟੇਟਸ ਨੇ ਇੰਡੀਆ ਦੀਆਂ ਅਗਰ ਉਹਨਾਂ ਨੂੰ ਆਪਾਂ ਕੰਪੇਅਰ ਕਰਦੇ ਹਾਂ ਤਾਂ ਕੁਝ ਸਟੇਟਸ ਨੇ ਬੜੀਆਂ ਅਮੀਰ ਆਉਂਦੀਆਂ ਨੇ, ਕੁਝ ਗਰੀਬ ਆਉਂਦੀਆਂ ਨੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਬੋਲਦੇ ਹਾਂ ਸਟੇਟ ਡਿਸਪੈਰਿਟੀਜ਼। ਜਿਵੇਂ ਅਗਰ ਆਪਾਂ ਇੰਡੀਆ ਦੀਆਂ ਕੁਝ ਸਟੇਟਸ ਦੀ ਗੱਲ ਕਰੀਏ ਜਿਹੜੀਆਂ ਅਮੀਰ ਨੇ ਬੇਟੇ, ਉਹਨਾਂ 'ਚ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ, ਉੱਤਰਾਖੰਡ ਇੱਦਾਂ ਦੀਆਂ ਸਟੇਟਸ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ। ਲੇਕਿਨ ਅਗਰ ਆਪਾਂ ਗਰੀਬ ਰਾਜਾਂ ਦੀ ਗੱਲ ਕਰਦੇ ਹਾਂ, ਝਾਰਖੰਡ, ਉੜੀਸਾ ਵਰਗੇ ਜਿਹੜੀਆਂ ਸਟੇਟਸ ਨੇ, ਮੱਧ ਪ੍ਰਦੇਸ਼ ਵਰਗੀਆਂ ਸਟੇਟਸ ਨੇ, ਵੈਸਟ ਬੰਗਾਲ, ਇਹ ਜਿਹੜੀਆਂ ਨੇ ਥੋੜ੍ਹਾ ਜਿਹੀਆਂ ਇਹਨਾਂ ਸਟੇਟਸ ਤੋਂ ਪਿੱਛੇ ਚੱਲਦੀਆਂ ਨੇ। ਤਾਂ ਉਹਨਾਂ ਚੀਜ਼ਾਂ ਦੇ ਪਿੱਛੇ ਕੁਝ ਕੰਪੋਨੈਂਟ ਨੇ, ਕੁਝ ਕਾਰਨ ਨੇ, ਕੁਝ ਰੀਜ਼ਨ ਨੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕੀ ਨੇ ਉਹਨਾਂ ਨੂੰ ਆਪਾਂ ਜਿਹੜੀਆਂ ਨੇ ਉਹ ਕੰਪੇਅਰ ਕਰਨ ਦੇ ਲਈ ਆਪਾਂ ਜਿਹੜੀਆਂ ਚੀਜ਼ਾਂ ਯੂਜ਼ ਕਰਦੇ ਹਾਂ ਉਹੀ ਸਾਰੀਆਂ ਇੱਥੇ ਆਉਣਗੀਆਂ। We can compare country or state on various subject, but the important subject on which they are compare are per capita income। ਪਰ ਕੈਪੀਟਾ ਇਨਕਮ ਬੇਟੇ ਕੀ ਹੁੰਦੀ ਹੈ, ਉਹਨੂੰ ਇਹਦੇ ਵਿੱਚ ਜਿਹੜਾ ਹੈ ਆਪਾਂ ਮੈਜ਼ਰ ਕਰਦੇ ਹਾਂ। ਲਿਟਰੇਸੀ ਰੇਟ ਨੂੰ ਵੀ ਚੈੱਕ ਕਰਦੇ ਹਾਂ ਕਿ ਕਿਹੜੀ ਸਟੇਟ ਦਾ ਲਿਟਰੇਸੀ ਰੇਟ ਕਿੰਨਾ ਹੈ, ਉਹਨਾਂ ਦੇ ਆਧਾਰ 'ਤੇ ਵੀ ਆਪਾਂ ਕੰਪੇਅਰ ਕਰਦੇ ਹਾਂ। ਇਨਫੈਂਟ ਮੋਰਟੈਲਿਟੀ ਰੇਟ, ਨੈਟ ਅਟੈਂਡੈਂਸ ਰੇਸ਼ੋ, ਪਾਪੂਲੇਸ਼ਨ, ਪੋਵਰਟੀ ਲਾਈਨ, ਪੋਲਿਊਸ਼ਨ ਲੈਵਲ ਵਗੈਰਾ ਵੀ ਇਹਦੇ ਵਿੱਚ ਆ ਜਾਂਦਾ ਹੈ। ਇਹਦੇ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਕੋਈ ਜਿਹੜੀ ਸਟੇਟ ਹੈ ਉਹ ਰਹਿਣ ਦੇ ਲਈ ਕਿੰਨੇ ਜ਼ਿਆਦਾ ਕਾਬਿਲ ਹੈ, ਕਿੰਨੀ ਜ਼ਿਆਦਾ ਵਧੀਆ ਹੈ, ਇਸ ਤਰੀਕੇ ਦੇ ਨਾਲ ਵੀ, ਰਾਈਟ। ਸੋ ਦੀਜ਼ ਆਲ ਆਰ ਦਾ ਕੰਪੋਨੈਂਟਸ ਜਿਨ੍ਹਾਂ ਦੇ ਆਧਾਰ ਦੇ ਉੱਪਰ ਬੇਟੇ ਆਪਾਂ ਕੀ ਕਰਦੇ ਹਾਂ, ਅਸੀਂ ਕਿਸੇ ਵੀ ਕੰਟਰੀਜ਼ ਜਾਂ ਸਟੇਟਸ ਨੂੰ ਆਪਸ ਦੇ ਵਿੱਚ ਜਿਹੜਾ ਹੈ ਉਹ ਜਿਹੜਾ ਹੈ ਕੰਪੇਅਰ ਕਰਦੇ ਹਾਂ।
ਐਵਰੇਜ ਇਨਕਮ ਕੀ ਹੈ। ਇੱਥੋਂ ਦੇਖੋ ਬੇਟਾ ਤੁਹਾਨੂੰ ਕੁਐਸਚਨ ਆਉਂਦੇ ਨੇ, ਕਾਫੀ ਸਾਰੇ ਕੁਐਸਚਨ ਜਿਹੜੇ ਨੇ ਇਹਦੇ ਤੋਂ ਐਗਜ਼ਾਮੀਨਰ ਜਨਰੇਟ ਕਰਦਾ ਹੈ ਬੇਟੇ। ਜਿਵੇਂ ਐਵਰੇਜ ਇਨਕਮ ਫਾਈਂਡ ਕਰਨ ਦਾ ਫਾਰਮੂਲਾ ਪੁੱਛੇਗਾ, ਪਰ ਕੈਪੀਟਾ ਇਨਕਮ ਜਿਹੜੀ ਹੈ ਉਹਦਾ ਫਾਰਮੂਲਾ ਪੁੱਛ ਲਿਆ ਜਾਂਦਾ ਹੈ। ਤਾਂ ਇਹ ਚੀਜ਼ ਹੈ ਕੀ, ਦੇਖੋ ਐਵਰੇਜ ਇਨਕਮ ਵਿਚ ਇਜ਼ ਟੋਟਲ ਇਨਕਮ ਆਫ ਦਾ ਕੰਟਰੀ, ਕਿਸੇ ਵੀ ਇੱਕ ਕੰਟਰੀ ਦੀ ਟੋਟਲ ਇਨਕਮ ਡਿਵਾਈਡਡ ਬਾਏ ਇਟਸ ਟੋਟਲ ਪਾਪੂਲੇਸ਼ਨ, ਉਸ ਨੂੰ ਬੋਲਦੇ ਆਪਾਂ ਦਾ ਐਵਰੇਜ ਇਨਕਮ, ਦੈਟ ਇਜ਼ ਆਲਸੋ ਕਾਲਡ ਪਰ ਕੈਪੀਟਾ ਇਨਕਮ। ਔਰ PCI ਦਾ ਫਾਰਮੂਲਾ ਤੁਹਾਨੂੰ ਪੁੱਛਿਆ ਜਾਂਦਾ ਹੈ ਬੇਟੇ। ਓਕੇ, ਆਪਾਂ ਇਸ ਪਿਕਚਰ ਦੀ ਮਦਦ ਲੈਂਦੇ ਹਾਂ ਥੋੜੀ ਜਿਹੀ। ਦੇਖੋ ਕੰਟਰੀ ਵਿਦ ਨੋ ਰਿਚ ਨੋ ਪੂਅਰ, ਜੋ ਇਹ ਚੇਅਰਸ ਨੇ, ਸਪੋਜ਼ ਕਰੋ ਕਿ ਇਹ ਚੇਅਰ ਨੇ ਬੇਟਾ ਕਿਸੇ ਵੀ ਕੰਟਰੀ ਦੀ ਟੋਟਲ ਇਨਕਮ, ਔਰ ਇਹ ਰਹੀ ਉਸ ਕੰਟਰੀ ਦੀ ਟੋਟਲ ਪਾਪੂਲੇਸ਼ਨ, ਔਰ ਉਹ ਜਿੰਨੀ ਵੀ ਇਨਕਮ ਸੀ ਇਹ ਸਾਰੀ ਪਾਪੂਲੇਸ਼ਨ 'ਚ ਡਿਵਾਈਡ ਕਰ ਦਿੱਤੀ। ਦੈਟ ਮੀਨਸ ਆਰ ਇਕੁਅਲਸ, ਉਹ ਸਾਰੇ ਇਕੁਅਲ ਨੇ, ਕੋਈ ਰਿਚ ਨਹੀਂ ਰਹਿ ਗਿਆ, ਕੋਈ ਪੂਅਰ ਨਹੀਂ ਰਹਿ ਗਿਆ। ਲੇਕਿਨ ਕੰਟਰੀ ਵਿਦ ਰਿਚ ਐਂਡ ਪੂਅਰ ਲਾਈਕ ਇੰਡੀਆ, ਇਹ ਦੇਖੋ ਇਹ ਕੀ ਹੈ, ਕੰਟਰੀ ਦੀ ਵੈਲਥ 1 2 3 ਔਰ 4, ਚਾਰ ਹਿੱਸੇ ਜਿਹੜੇ ਨੇ, 6 ਦੇ ਵਿੱਚੋਂ 4 ਯੂਨਿਟ ਜਿਹੜੇ ਨੇ ਉਹ 21% ਦੇ ਕੋਲ ਹੈ, ਔਰ ਇਸ ਨੂੰ ਅਸੀਂ ਬੋਲਾਂਗੇ ਰਿਚ ਪਰਸਨ। ਔਰ ਇਹ ਰਹੇ 2 ਯੂਨਿਟ, ਔਰ ਇਹ 2 ਯੂਨਿਟ ਜਿਹੜੇ ਨੇ ਇਹਨਾਂ ਸਾਰਿਆਂ ਦੇ ਕੋਲ ਹੈ, ਬਾਕੀ ਦੇ ਚਾਰਾਂ ਦੇ ਕੋਲ ਇਹ ਕੌਣ ਨੇ, ਪੂਅਰ। ਤਾਂ ਇਹ ਹੈ ਕੰਟਰੀਜ਼ ਜਿਹੜੀਆਂ ਰਿਚ ਔਰ ਪੂਅਰ ਦਾ ਡਿਫਰੈਂਸ ਜਿੱਥੇ ਆਉਂਦਾ ਹੈ। ਹੁਣ ਦੇਖੋ ਐਵਰੇਜ ਇਨਕਮ ਕਿਵੇਂ ਕੱਢਦੇ ਹੋ ਤੁਸੀਂ ਆਪਣੀ ਨੇਸ਼ਨ ਦੇ ਵਿੱਚ ਬੇਟੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਮੰਥਲੀ ਇਨਕਮ ਡਿਫਰ ਕਰਦੀ ਹੈ, ਐਨੂਅਲੀ ਇਨਕਮ ਡਿਫਰ ਕਰਦੀ ਹੈ। ਇੱਕ IAS ਆਫੀਸਰ ਹੈ ਜਾਂ IPS ਆਫੀਸਰ ਹੈ, ਉਹ ਲੈਕਸ ਦੇ ਵਿੱਚ ਸੈਲਰੀ ਲੈ ਰਿਹਾ ਹੈ। ਇੱਕ ਕਲਰੀਕਲ ਗ੍ਰੇਡ ਦੇ ਵਿੱਚ ਕੰਮ ਕਰਨ ਵਾਲਾ ਹੈ ਜਿਹੜਾ ਥਾਊਜ਼ੈਂਡਸ ਦੇ ਵਿੱਚ ਸੈਲਰੀ ਲੈ ਰਿਹਾ ਹੈ। ਉਸੇ ਹੀ ਸਾਈਡ ਬਾਏ ਸਾਈਡ ਹੀ ਨੇਸ਼ਨ ਦੇ ਕੁਝ ਇੱਡੇ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਨੇ ਜਿਨ੍ਹਾਂ ਦੀ ਐਨੂਅਲ ਜਿਹੜੀ ਹੈਗੀ ਹੈ ਸੈਲਰੀ ਉਹ ਕਰੋੜਾਂ ਦੇ ਵਿੱਚ ਹੈ। ਤਾਂ ਕੁਝ ਇੱਦਾਂ ਦੇ ਵੀ ਨੇ ਜਿਹੜੇ ਬੇਰੁਜ਼ਗਾਰ ਨੇ, ਰਾਈਟ। ਤਾਂ ਅਗਰ ਆਪਾਂ ਉਹਨਾਂ ਸਾਰਿਆਂ ਦੀ ਇਨਕਮ ਨੂੰ ਪਲੱਸ ਕਰ ਦਿੰਦੇ ਹਾਂ, ਜੋੜ ਦਿੰਦੇ ਹਾਂ, ਨੈਸ਼ਨਲ ਦੀ ਟੈਰੀਟਰੀ ਦੇ ਵਿੱਚ ਜਿੰਨੇ ਵੀ ਲੋਕ ਨੇ ਨੇਸ਼ਨ ਦੇ, ਉਹਨਾਂ ਸਾਰਿਆਂ ਦੀ ਇਨਕਮ ਨੂੰ ਜੋੜ ਦਿੰਦੇ ਹਾਂ, ਔਰ ਫਿਰ ਜਿੰਨੀ ਸਾਡੀ ਟੋਟਲ ਪਾਪੂਲੇਸ਼ਨ ਹੈ ਉਹਦੇ ਨਾਲ ਡਿਵਾਈਡ ਕਰ ਦਿੰਦੇ ਹਾਂ, ਤਾਂ ਸਾਡੇ ਕੋਲ ਕਿਹੜੀ ਚੀਜ਼ ਆ ਜਾਂਦੀ ਹੈ, ਪਰ ਜਿਹਦੇ ਤੋਂ ਤੁਹਾਨੂੰ ਕੁਐਸਚਨਸ ਵਗੈਰਾ ਆਉਂਦੇ ਨੇ ਉਸ ਨੂੰ ਤੁਸੀਂ ਇੱਕ ਵਾਰ ਸਮਝ ਲਓ। ਦੇਖੋ ਪਰ ਕੈਪੀਟਾ ਇਨਕਮ ਆਪਾਂ ਕਿਵੇਂ ਫਾਈਂਡ ਕਰਾਂਗੇ, ਜੋ ਵੀ ਸਾਡੀ ਟੋਟਲ ਇਨਕਮ ਹੋਏਗੀ, ਠੀਕ ਹੈ, total income of the nation divided by total population of the nation, ਔਰ ਇੱਥੋਂ ਤੁਹਾਡੇ ਕੋਲ ਨਿਕਲ ਕੇ ਆ ਜਾਏਗੀ ਐਵਰੇਜ ਇਨਕਮ, ਦੈਟ ਇਜ਼ ਆਲਸੋ ਨੋਨ ਐਜ਼ ਪਰ ਕੈਪੀਟਾ ਇਨਕਮ। ਫਾਰਮੂਲਾ ਇੰਪੋਰਟੈਂਟ ਹੈ ਬੇਟੇ, ਤੁਹਾਨੂੰ MCQ ਜਿਹੜੇ ਆਣੇ ਨੇ ਉਹਨਾਂ ਦੇ ਵਿੱਚ ਡਾਇਰੈਕਟਲੀ ਇਹੀ ਫਾਰਮੂਲਾ ਇਦਾਂ ਹੀ ਪੁੱਛ ਲਿਆ ਜਾਂਦਾ ਹੈ। ਪਬਲਿਕ ਫੈਸਿਲਿਟੀਜ਼ ਦੀ ਗੱਲ ਕਰਦੇ ਹਾਂ ਨੈਕਸਟ ਅੱਗੇ ਆਪਾਂ ਜੀ। ਦੇਖੋ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ, ਮਨੀ ਇਜ਼ ਇਨ ਯੂਰ ਪੈਕਟ, ਕੈਨੋਟ ਬਾਏ ਆਲ ਦਾ ਗੁਡਸ ਐਂਡ ਸਰਵਿਸਿਜ਼ ਦੈਟ ਯੂ ਮੇ ਨੀਡ ਟੂ ਲਿਵ ਵੈਲ। ਪੈਸੇ ਨਾਲ ਤੁਸੀਂ ਸਮਾਜ ਦੇ ਵਿੱਚ ਹਰ ਇੱਕ ਚੀਜ਼ ਨਹੀਂ ਖਰੀਦ ਸਕਦੇ। ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਅੱਜ ਕੱਲ੍ਹ ਜਿਹੜੀ ਪੈਂਡੇਮਿਕ ਚੱਲ ਰਹੀ ਹੈ ਕਰੋਨਾ, ਰਾਈਟ ਬੇਟੇ, ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਹੈ, ਉਹਦਾ ਜਿਹੜਾ ਥ੍ਰੈਟ ਹੈ ਉਹ ਸਾਰਿਆਂ ਨੂੰ ਇੱਕੋ ਜਿਹਾ ਹੈ। ਇਹ ਨਹੀਂ ਕਿ ਤੁਸੀਂ ਅਮੀਰ ਲੋਕ ਹੋ ਔਰ ਤੁਹਾਡੇ ਕੋਲ ਕਾਫੀ ਸਾਰੇ ਪੈਸੇ ਔਰ ਤੁਸੀਂ ਕਰੋਨਾ ਵਾਇਰਸ ਨੂੰ ਉਹ ਪੈਸੇ ਦੇ ਕੇ ਕਹਿ ਸਕਦੇ ਹੋ ਕਿ ਪਲੀਜ਼ ਸਟੇ ਅਵੇ ਫਰੋਮ ਮੀ, ਰਾਈਟ। ਨੋ, ਇਸ ਤਰੀਕੇ ਨਾਲ ਨਹੀਂ ਹੁੰਦਾ ਬੱਚੇ। ਪੈਸੇ ਨਾਲ ਤੁਸੀਂ ਹਰ ਇੱਕ ਚੀਜ਼ ਨੂੰ ਜਿਹੜਾ ਹੈ ਉਹ ਨਹੀਂ, ਸੋਲਿਊਸ਼ਨ ਨਹੀਂ ਉਹਦਾ ਕਰ ਸਕਦੇ। ਫੋਰ ਐਗਜ਼ਾਮਪਲ, normally your money cannot buy you a pollution free environment or ensure that you get unadulterated medicine, ਨਹੀਂ ਇਸ ਤਰ੍ਹਾਂ ਕਰ ਸਕਦੇ ਆਪਾਂ, ਓਕੇ। ਪਬਲਿਕ ਫੈਸਿਲਿਟੀਜ਼ ਜਿਹੜੀਆਂ ਨੇ ਉਹਦੇ ਵਿੱਚ ਕੀ ਆਉਂਦਾ ਹੈ, ਪਬਲਿਕ ਫੈਸਿਲਿਟੀਜ਼ ਆਰ ਸਰਵਿਸ ਪ੍ਰੋਵਾਈਡਡ ਬਾਏ ਦਾ ਗਵਰਨਮੈਂਟ ਟੂ ਇਟਸ ਸਿਟੀਜ਼ਨ। ਹੁਣ ਦੇਖੋ ਜਦੋਂ ਤੁਸੀਂ ਪੈਸੇ ਨਾਲ ਕੁਝ ਚੀਜ਼ਾਂ ਜਿਹੜੀਆਂ ਨਹੀਂ ਖਰੀਦ ਸਕਦੇ ਤਾਂ ਉਹਦੇ ਲਈ ਕੋਈ ਨਾ ਕੋਈ ਤਾਂ ਚਾਹੀਦਾ ਹੈ ਨਾ ਜਿਹੜਾ ਉਹ ਚੀਜ਼ਾਂ ਆਪਣੇ ਸਿਟੀਜ਼ਨਸ ਨੂੰ ਇੰਸ਼ੋਰ ਕਰੇ, ਤਾਂ ਉਹ ਕੌਣ ਕਰਦਾ ਹੈ, ਗਵਰਨਮੈਂਟ, ਔਰ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਪਬਲਿਕ ਫੈਸਿਲਿਟੀਜ਼। Public facilities are service provided by the government to its citizens. Some of the important public facilities include infrastructure, sanitation, public transport, healthcare, water, education, etc. ਔਰ ਇਸ ਦੇ ਨਾਲ ਹੀ ਜਿਹੜੀ ਗਵਰਨਮੈਂਟ ਹੈ ਉਹ ਵੀ ਇੰਸ਼ੋਰ ਕਰਦੀ ਹੈ ਕਿ ਜੋ ਚੀਜ਼ਾਂ ਤੁਸੀਂ ਪੈਸੇ ਨਾਲ ਨਹੀਂ ਖਰੀਦ ਸਕਦੇ, ਲਾਈਕ ਇਕੁਐਲਿਟੀ, ਸਿਕਿਉਰਿਟੀ, ਉਹ ਚੀਜ਼ਾਂ ਵੀ ਤੁਹਾਨੂੰ ਸਾਰਿਆਂ ਨੂੰ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਵਿਦ ਦਾ ਹੈਲਪ ਆਫ ਲਾਅ ਆਫ ਲੈਂਡ। BMI ਇੰਡੈਕਸ, ਇਹਦੇ ਤੋਂ ਫਿਰ ਬੇਟੇ ਤੁਹਾਨੂੰ ਕੁਐਸਚਨ ਆਉਂਦੇ ਨੇ ਕਾਫੀ ਸਾਰੇ। ਸਿੰਪਲੀ ਪਹਿਲਾਂ ਤਾਂ ਪੁੱਛਿਆ ਜਾਏਗਾ BMI ਇੰਡੈਕਸ ਹੈ ਕੀ। ਇਹ ਇੱਕ ਇੰਡੈਕਸ ਹੈ ਬੇਟੇ ਜਿਹਦੇ ਵਿੱਚ ਅਸੀਂ ਮੇਜ਼ਰ ਕਰਦੇ ਹਾਂ ਤੁਹਾਡੇ weight ਔਰ ਤੁਹਾਡੀ ਬੋਡੀ ਦੀ ਹਾਈਟ ਦੇ ਅਕੋਰਡਿੰਗ ਇੱਕ ਪ੍ਰਪੋਰਸ਼ਨ ਕੱਢਿਆ ਜਾਂਦਾ ਹੈ, ਜਿਹਦੇ ਤਹਿਤ ਤੁਸੀਂ ਅੰਡਰਵੇਟ ਹੋ ਕਿ ਨਾਰਮਲ ਵੇਟ ਹੋ ਜਾਂ ਓਵਰਵੇਟ ਹੋ, ਓਬੈਸਿਟੀ ਦੇ ਵਿੱਚ ਹੋ ਜਾਂ ਐਕਸਟ੍ਰੀਮ ਓਬੈਸਿਟੀ ਦੇ ਵਿੱਚ ਹੋ, ਉਹਦੇ ਤਰੀਕੇ ਨਾਲ ਤੁਹਾਨੂੰ ਦੇਖਿਆ ਜਾਂਦਾ ਹੈ। ਇਸ ਨੂੰ ਕੈਲਕੂਲੇਟ ਕਰਨ ਦੇ ਲਈ ਇਹ ਰਿਹਾ ਤੁਹਾਡਾ ਫਾਰਮੂਲਾ, ਜਿਹਦੇ ਤੋਂ ਤੁਹਾਨੂੰ ਸਵਾਲ ਫਿਰ ਜਨਰੇਟ ਕਰਦਾ ਹੈ ਐਗਜ਼ਾਮੀਨਰ। BMI ਨੂੰ ਮਾਸ ਮੀਨ ਤੁਹਾਡੀ ਬੋਡੀ ਦਾ weight ਕਿੰਨਾ ਹੈ, kg ਦੇ ਵਿੱਚ ਹੋਣਾ ਚਾਹੀਦਾ ਹੈ। ਫੋਰ ਐਗਜ਼ਾਮਪਲ, ਯੂ ਆਰ 40 kg,
ओके, ये ऊपर लिखोगे, नीचे तुसी डिवाइड करोगे अपनी हाइट। फॉर एग्जाम्पल योर हाइट इज़ 1.5 मीटर, 1.5 मीटर हाइट है ਤੁਹਾਡੀ 1.5, ਔਰ ਇਸ ਦਾ ਸਕੇਅਰ ਜਿਹੜਾ ਹੈ ਉਹਨੂੰ ਸਕੇਅਰ ਦੇ ਨਾਲ ਇਸ ਦੇ ਜਿਹੜੇ ਉੱਪਰ ਵਾਲੇ ਨੂੰ ਡਿਵਾਈਡ ਕਰੋਗੇ, ਜੋ ਵੈਲਿਊ ਨਿਕਲ ਕੇ ਆਏਗੀ ਉਹ ਕੀ ਹੋਏਗਾ, ਉਹ ਹੋਏਗਾ ਤੁਹਾਡਾ BMI ਇੰਡੈਕਸ, ਬੋਡੀ ਮਾਸ ਇੰਡੈਕਸ। ਇਹਦੇ ਤੋਂ ਪਤਾ ਚੱਲੇਗਾ ਤੁਹਾਡਾ ਇੱਕ ਉੱਥੇ ਕੁਝ ਰੈਂਕ ਨਿਕਲ ਆਏਗਾ। ਅਗਰ ਤਾਂ ਤੁਹਾਡਾ ਜਿਹੜਾ ਉਹ ਰੇਟ ਜੋ ਨਿਕਲਿਆ ਇਹਦੇ ਤੋਂ ਆਨਸਰ ਨਿਕਲ ਕੇ ਆ ਰਿਹਾ ਉਹ 18.5 ਤੋਂ ਨੀਚੇ ਹੈ ਬੇਟਾ, ਦੈਨ ਯੂ ਆਰ ਅੰਡਰ ਵੇਟ, ਔਰ ਅਗਰ ਉਹ 18.5 ਤੋਂ 24.9 ਦੇ ਵਿੱਚ ਹੈ ਦੈਨ ਯੂ ਆਰ ਨੋਰਮਲ, ਔਰ ਅਗਰ 25 ਔਰ 29 ਦੇ ਵਿੱਚ ਹੈ ਤਾਂ ਤੁਸੀਂ ਹੋ ਓਵਰਵੇਟ, ਔਰ ਅਗਰ 30 ਤੋਂ 34.9 ਹੈ ਤਾਂ ਓਬੈਸਿਟੀ ਦੇ ਵਿੱਚ, ਔਰ ਇਟਸ ਅਬਵ 35, ਇਹ 35 ਤੋਂ ਉੱਪਰ ਹੈ ਤਾਂ ਤੁਸੀਂ ਬੇਟੇ ਆ ਜਾਂਦੇ ਹੋ ਐਕਸਟ੍ਰੀਮ ਓਬੈਸਿਟੀ, ਮੋਟਾਪੇ ਦੇ ਸ਼ਿਕਾਰ ਹੋ। ਸੋ ਇਹ ਫਾਰਮੂਲਾ ਜਿਹੜਾ ਹੈ ਆਪਾਂ ਯਾਦ ਰੱਖਣਾ ਹੈ, ਇੱਥੋਂ ਸਾਨੂੰ ਸਵਾਲ ਆਉਣਗੇ, ਐਗਜ਼ਾਮੀਨਰ ਇੱਥੋਂ ਕੁਐਸਚਨ ਜਨਰੇਟ ਕਰਦਾ ਹੈ BMI ਨੂੰ ਮੇਜ਼ਰ ਕਰਨ ਦੇ ਲਈ, ਔਰ ਇਹਦੇ ਵਿੱਚੋਂ ਇੱਦਾਂ ਵੀ ਪੁੱਛਿਆ ਜਾ ਸਕਦਾ ਹੈ ਕਿ ਨਾਰਮਲ ਰੇਂਜ ਜਿਹੜੀ ਉਹ ਕਿੰਨੀ ਹੁੰਦੀ ਹੈ BMI ਦੀ, ਰਾਈਟ, ਜਾਂ ਐਕਸਟ੍ਰੀਮ ਓਬੈਸਿਟੀ ਦੀ ਸਟੇਜ ਜਿਹੜੀ ਉਹ ਕਿੰਨੀ ਰੇਟ ਤੋਂ ਵੱਧ ਜਾ ਕੇ ਹੁੰਦੀ ਹੈ। ਇਸ ਤਰੀਕੇ ਦੇ ਸਵਾਲ ਵੀ ਜਿਹੜੇ ਨੇ ਤੁਹਾਨੂੰ ਉਹ ਪੁੱਛੇ ਜਾਂਦੇ ਨੇ, ਸੋ ਕੀਪ ਇਨ ਮਾਈਂਡ ਥਿੰਗਸ। BMI ਵੀ ਆਪਣਾ ਹੋ ਗਿਆ ਜੀ। ਨੈਕਸਟ ਅੱਗੇ ਵਧਦੇ ਹਾਂ ਬੇਟੇ, ਹਿਊਮਨ ਡਿਵੈਲਪਮੈਂਟ ਇੰਡੈਕਸ। ਇੱਥੋਂ ਫਿਰ ਤੁਹਾਨੂੰ ਕਾਫੀ ਸਾਰੇ ਸਵਾਲ ਆਉਂਦੇ ਨੇ ਜੀ ਬੇਟਾ। ਸਭ ਤੋਂ ਪਹਿਲਾ ਸਵਾਲ ਇਹਦੇ ਵਿੱਚੋਂ ਬਣਦਾ ਹੈ ਕਿ ਹਿਊਮਨ ਡਿਵੈਲਪਮੈਂਟ ਇੰਡੈਕਸ ਜਿਹੜੀ ਹਿਊਮਨ ਡਿਵੈਲਪਮੈਂਟ ਰਿਪੋਰਟ ਹੈ ਉਹ ਪਬਲਿਸ਼ ਕੌਣ ਕਰਦਾ ਹੈ, ਦੈਟ ਇਜ਼ UNDP, ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ। ਸੈਕਿੰਡ ਕੁਐਸਚਨ ਐਗਜ਼ਾਮੀਨਰ ਇੱਥੋਂ ਹੀ ਫਿਰ ਜਨਰੇਟ ਕਰੇਗਾ, ਵਾਟ ਇਜ਼ ਦਾ ਫੁੱਲ ਫਾਰਮ ਆਫ UNDP, UNDP ਦੀ ਫੁੱਲ ਫਾਰਮ ਕੀ ਹੈ, ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ। ਉਸ ਤੋਂ ਬਾਅਦ ਥਰਡ ਕੁਐਸਚਨ ਫਿਰ ਇਹਦੇ ਵਿੱਚੋਂ ਹੀ ਪੁੱਛਿਆ ਜਾਂਦਾ ਹੈ ਕਿ HDI ਦੇ ਜਿਹੜੇ ਕੰਪੋਨੈਂਟਸ ਨੇ ਉਹ ਕਿਹੜੇ ਕਿਹੜੇ ਨੇ, ਨੀਚੇ ਆਪਸ਼ਨ ਦਿੱਤੀਆਂ ਹੋਣਗੀਆਂ 4, ਉਹਨਾਂ ਦੇ ਵਿੱਚੋਂ ਕੋਈ ਇੱਕ ਕੰਪੋਨੈਂਟ ਇਹਦਾ ਨਹੀਂ ਹੋਏਗਾ ਜਾਂ ਕੋਈ ਇੱਕ ਕੰਪੋਨੈਂਟ ਹੋਏਗਾ, ਤੁਸੀਂ ਜਿੱਦਾਂ ਵੀ ਕੁਐਸਚਨ ਪੁੱਛਿਆ ਉਹਦੇ ਅਕੋਰਡਿੰਗ ਆਨਸਰ ਦੇਣਾ ਹੈ। ਵਿਚ ਵਨ ਇਜ਼ ਦਾ ਨਾਟ ਅ ਕੰਪੋਨੈਂਟ ਆਫ HDI ਇੰਡੈਕਸ, ਔਰ ਨੀਚੇ 4 ਆਪਸ਼ਨ ਦੇ ਦਿੱਤੀਆਂ, ਜਿਹੜਾ ਇਹਨਾਂ ਤਿੰਨਾਂ ਤੋਂ ਵੱਖਰਾ ਹੈ ਉਹ ਨਹੀਂ ਹੈ, ਜਿਹੜਾ ਹੈ ਉਹਨੂੰ ਤੁਸੀਂ ਜਿਹੜਾ ਹੈ ਉਹ ਰਾਈਟ ਜਿਹੜਾ ਹੈ ਉਹਦੇ ਉੱਤੇ ਟਿਕ ਕਰੋਗੇ। ਹਿਊਮਨ ਡਿਵੈਲਪਮੈਂਟ ਰਿਪੋਰਟ ਪਬਲਿਸ਼ ਬਾਈ UNDP ਕੰਪੇਅਰ ਕੰਟਰੀਜ਼ ਬੇਸਡ ਔਨ ਦਾ ਐਜੂਕੇਸ਼ਨਲ ਲੈਵਲ of the people, their health status and per capita income. Component of HDI, per capita income, life expectancy, literacy rate. per capita income ਆਪਾਂ ਪਹਿਲਾਂ ਕੱਢ ਚੁੱਕੇ ਹਾਂ ਬੇਟੇ, ਜਿਹਨੂੰ ਤੁਸੀਂ ਐਵਰੇਜ ਇਨਕਮ ਕਹਿੰਦੇ ਹੋ। ਲਾਈਫ ਐਕਸਪੈਕਟੈਂਸੀ ਦਾ ਮਤਲਬ ਆਉਂਦਾ ਹੈ ਬੇਟੇ ਕਿ ਨੋਰਮਲ ਪਰਸਨ ਜਿਹੜੇ ਨੇ ਉਹ ਕਿੰਨੀ ਏਜ ਤੱਕ ਜੀਂਦੇ ਨੇ, ਮਤਲਬ ਇਹ ਡਿਫਰੈਂਟ ਇਹ ਇਟਸ ਜਸਟ ਐਨ ਐਵਰੇਜ, ਇਹ ਇੱਕ ਐਵਰੇਜ ਦੇ ਤਰੀਕੇ ਨਾਲ ਲਿਆ ਜਾਂਦਾ ਹੈ ਕਿ ਲਾਈਫ ਐਕਸਪੈਕਟੈਂਸੀ ਨੋਰਮਲੀ ਕਿੰਨੀ ਹੈ, 60 ਸਾਲ ਹੈ ਇਸ ਕੰਟਰੀ ਦੀ, 70 ਸਾਲ ਹੈ ਜਾਂ ਜ਼ਿਆਦਾ ਹੈ। ਲਿਟਰੇਸੀ ਰੇਟ ਕਿੰਨਾ ਹੈ ਕਿ ਜਿਹੜੇ ਪੜ੍ਹੇ ਲਿਖੇ ਲੋਕ ਕਿੰਨੇ ਨੇ ਉਹਨਾਂ ਦੇ ਵਿੱਚ। ਇਸ ਤਰੀਕੇ ਨਾਲ ਇਹ ਤਿੰਨੋਂ ਚੀਜ਼ਾਂ ਨੇ, ਕੰਪੋਨੈਂਟ ਨੇ HDI ਦੇ, ਜਿਨ੍ਹਾਂ ਦੇ ਨਾਲ ਮੇਜ਼ਰ ਕਰਕੇ ਕੰਟਰੀਜ਼ ਨੂੰ ਫਿਰ ਰੈਂਕਿੰਗ ਦਿੱਤੀ ਜਾਂਦੀ ਹੈ ਉਹਦੇ ਅਕੋਰਡਿੰਗ। ਜਿਹੜਾ ਹਿਊਮਨ ਡਿਵੈਲਪਮੈਂਟ ਇੰਡੈਕਸ ਹੈ ਉਹ ਬਣਾਉਣ ਵਾਲੇ ਕਿਹੜੇ ਨੇ ਬੇਟੇ, ਇਹ 2 ਪਰਸਨ ਨੇ, ਇੱਕ ਨੇ ਇੰਡੀਆ ਦੇ ਅਮਰਤਿਆ ਸੈਨ, ਦੂਸਰੇ ਨੇ ਮਹਿਬੂਬ ਉਲ ਹਕ, ਇਹ ਬੇਟੇ ਪਾਕਿਸਤਾਨ ਤੋਂ ਨੇ। ਇਹਨਾਂ ਦੋਨਾਂ ਨੇ ਹੀ ਮਿਲ ਕੇ ਜਿਹੜਾ ਹੈ HDI ਇੰਡੈਕਸ ਜਿਹੜਾ ਬੇਟੇ ਉਹ ਬਣਾਇਆ ਸੀਗਾ 1990 ਦੇ ਵਿੱਚ, which was further used to measure the country's development by UNDP program। ਇਸ ਦੀ ਰੈਂਕਿੰਗ ਜਿਹੜੀ ਹੈ HDI ਜਿਹੜੀ ਸਾਡੀ ਇੰਡੈਕਸ ਹੈ ਉਸ ਦੀ ਰੈਂਕਿੰਗ ਤੋਂ ਵੀ ਤੁਹਾਨੂੰ ਸਵਾਲ ਆਉਂਦੇ ਨੇ, ਤਾਂ ਉਹ ਰੈਂਕਿੰਗ ਦੇ ਬਾਰੇ ਵੀ ਆਪਾਂ ਡਿਸਕਸ ਕਰ ਲੈਂਦੇ ਹਾਂ। ਦੇਖੋ ਪਿਛਲੇ ਅਗਰ ਕੁਝ ਸਾਲਾਂ ਦੀ ਗੱਲ ਕਰੀਏ ਬੇਟਾ ਤਾਂ ਨਾਰਵੇ ਉਹਦੇ ਵਿੱਚ ਟੌਪ 'ਤੇ ਹੀ ਚੱਲਿਆ ਆ ਰਿਹਾ ਹੈ। ਆਈ ਥਿੰਕ ਅਗਰ ਮੈਨੂੰ ਯਾਦ ਪੈ ਰਿਹਾ ਹੈ ਕਿ 2013 ਤੋਂ ਵੀ 13 ਤੋਂ ਲਗਭਗ 2013-14 ਤੋਂ ਲਗਭਗ ਜਿਹੜਾ ਨਾਰਵੇ ਉਹ ਕੰਟੀਨਿਊਲੀ ਟੌਪ ਕਰਦਾ ਆ ਰਿਹਾ ਹੈ ਇਸ ਇੰਡੈਕਸ ਲਿਸਟ ਦੇ ਵਿੱਚ। ਮਤਲਬ ਹਰ ਵਾਰੀ ਉਹਦਾ ਪਹਿਲਾ ਰੈਂਕ ਹੁੰਦਾ ਹੈ, ਮਤਲਬ ਉਹਨਾਂ ਦੀ ਲਿਟਰੇਸੀ ਰੇਟ ਵੀ ਬਹੁਤ ਜ਼ਿਆਦਾ ਹੈ ਦੁਨੀਆ ਦੇ ਵਿੱਚ। ਕਹਿ ਦਈਏ ਅਗਰ ਉਹਨਾਂ ਦੀ ਲਾਈਫ ਐਕਸਪੈਕਟੈਂਸੀ ਔਰ ਉਹਨਾਂ ਦੀ ਜਿਹੜੀ ਪਰ ਕੈਪੀਟਾ ਇਨਕਮ ਉਹ ਹਰ ਇੱਕ ਚੀਜ਼ ਦੇ ਵਿੱਚ ਪੂਰੀ ਦੁਨੀਆ ਤੋਂ ਅੱਗੇ ਹੈ। ਔਰ ਅਗਰ ਇੰਡੀਆ ਦੀ ਗੱਲ ਕਰੀਏ ਆਪਾਂ, ਹਿਊਮਨ ਡਿਵੈਲਪਮੈਂਟ ਰਿਪੋਰਟ 2020 ਦੇ ਅਕੋਰਡਿੰਗ ਆਊਟ ਆਫ 189 ਕੰਟਰੀਜ਼ ਇੰਡੀਆ ਹੈਜ਼ ਰੈਂਕ 131। ਅਸੀਂ 189 ਕੰਟਰੀਜ਼ ਨੂੰ ਇਹਦੇ ਵਿੱਚ ਫੀਚਰ ਕੀਤਾ ਗਿਆ, ਰੈਂਕ ਦਿੱਤੇ ਗਏ ਨੇ, ਔਰ ਇੰਡੀਆ ਦੀ ਪੋਜੀਸ਼ਨ ਬੇਟਾ ਆਉਂਦੀ ਹੈ 131। ਵੀ ਆਰ ਵੈਰੀ ਲੋ ਰੈਂਕ, ਅਸੀਂ ਬਹੁਤ ਨੀਚੇ ਰੈਂਕ 'ਤੇ, ਔਰ ਅਸੀਂ ਬਹੁਤ ਦੂਰ ਤੱਕ ਜਾਣਾ ਹੈ। ਔਰ ਜਦ ਤੱਕ ਬੇਟਾ ਅਸੀਂ ਆਪਣੀਆਂ ਜਿਹੜੇ ਇਲੈਕਸ਼ਨਸ ਨੇ ਸਿਰਫ ਆਪਣੀ ਜਾਤ ਔਰ ਰਿਲੀਜਨ ਨੂੰ ਬੇਸ ਬਣਾ ਕੇ ਵੋਟ ਕਾਸਟ ਕਰਦੇ ਰਹਾਂਗੇ ਤਦ ਤੱਕ ਇਹਦਾ ਕੋਈ ਸਲਿਊਸ਼ਨ ਨਹੀਂ। ਓਨਲੀ ਇਹਦਾ ਇੱਕ ਸਲਿਊਸ਼ਨ ਹੈ, ਬੈਟਰ ਐਜੂਕੇਸ਼ਨ। ਚੰਗੀ ਤਰੀਕੇ ਨਾਲ ਪੜ੍ਹੋ, ਚੰਗੀ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪੜ੍ਹਾਓ, ਔਰ ਉਹ ਵਧੀਆ ਐਜੂਕੇਟਡ ਜਿਹੜੇ ਬੱਚੇ ਨੇ ਅੱਗੇ ਚੱਲ ਕੇ ਇੱਕ ਚੰਗੀ ਐਜੂਕੇਟਡ ਸੁਸਾਇਟੀ ਦੀ ਡਿਵੈਲਪਮੈਂਟ ਕਰਨਗੇ, ਸੁਸਾਇਟੀ ਬਣਾਉਣਗੇ। ਜਦੋਂ ਇੱਕ ਚੰਗੀ ਸੁਸਾਇਟੀ ਬਣੇਗੀ ਫਿਰ ਉਸ ਚੰਗੀ ਸੁਸਾਇਟੀ ਦੇ ਵਿੱਚੋਂ ਹੀ ਚੰਗੇ ਲੀਡਰ ਸਾਹਮਣੇ ਨਿਕਲ ਕੇ ਆਉਣਗੇ, ਦੈਨ ਅਸੀਂ ਇਸ ਚੀਜ਼ ਦਾ ਕੁਛ ਜਿਹੜਾ ਹੱਲ ਉਹ ਕਰ ਪਾਵਾਂਗੇ। ਨੈਕਸਟ ਬੇਟਾ ਅੱਗੇ ਦੇਖਦੇ ਹਾਂ, ਥੋੜ੍ਹਾ ਜਿਹਾ ਰਹਿ ਗਿਆ ਇਸ ਦਾ, ਸਸਟੇਨੇਬਿਲਿਟੀ ਆਫ ਡਿਵੈਲਪਮੈਂਟ।
ਸਸਟੇਨੇਬਲ ਡਿਵੈਲਪਮੈਂਟ ਵਾਲਾ ਕੰਸੈਪਟ ਹੈ ਨਾ ਜਿਹੜਾ, ਇਹਦੇ ਤੇ ਬੇਟੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਅੱਜ ਕੱਲ੍ਹ। ਇਟਸ ਅ ਵੈਰੀ ਵੈਰੀ ਇੰਪੋਰਟੈਂਟ, ਤੁਹਾਨੂੰ ਬੜੀ ਵਾਰ ਕੁਐਸਚਨਸ ਵਗੈਰਾ ਦੇ ਵਿੱਚ ਪੁੱਛਿਆ ਜਾਂਦਾ ਹੈ। ਸੋ ਲੈਟਸ ਡਿਸਕਸ ਕਿ ਇਹ ਹੈ ਕੀ। ਸਸਟੇਨੇਬਲ ਡਿਵੈਲਪਮੈਂਟ ਇਜ਼ ਦੈਟ ਪ੍ਰੋਸੈਸ ਆਫ ਇਕਨੋਮਿਕ ਡਿਵੈਲਪਮੈਂਟ in which aims at maintain the quality of life of both the present and the future generation without harming the natural resource and environment। ਦੇਖੋ ਡਿਵੈਲਪਮੈਂਟ ਤਾਂ ਆਪਾਂ ਕਰਨੀ ਸ਼ੁਰੂ ਕਰ ਦਿੰਦੇ ਹਾਂ, ਲੇਕਿਨ ਡਿਵੈਲਪਮੈਂਟ ਅਸੀਂ ਕਿਸ ਤਰੀਕੇ ਨਾਲ ਕਰਦੇ ਹਾਂ? ਅਸੀਂ ਰਿਸੋਰਸ ਨੂੰ ਯੂਟੀਲਾਈਜ਼ ਕਰਨਾ ਸ਼ੁਰੂ ਕਰਦੇ ਹਾਂ, ਰਿਸੋਰਸਿਸ ਦੀ ਵਰਤੋਂ ਕਰਨਾ ਸ਼ੁਰੂ ਕਰਦੇ ਹਾਂ, ਜਿਹਦੇ ਨਾਲ ਸਾਡੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ ਬੇਟੇ, ਰਾਈਟ। ਬਟ ਦਾ ਥਿੰਗ ਇਜ਼ ਦਿਸ ਕਿ ਅਸੀਂ ਉਹ ਯੂਟੀਲਾਈਜੇਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਓਵਰ ਲੈ ਜਾਂਦੇ ਹਾਂ, ਔਰ ਉਸ ਦਾ ਰਿਜ਼ਲਟ ਕੀ ਨਿਕਲਦਾ ਹੈ? ਓਵਰ ਯੂਟੀਲਾਈਜੇਸ਼ਨ ਆਫ ਰਿਸੋਰਸ ਦੀ ਵਜ੍ਹਾ ਦੇ ਨਾਲ ਪੋਲਿਊਸ਼ਨ ਕ੍ਰੀਏਟ ਹੋ ਰਿਹਾ ਹੈ, ਔਰ ਰਿਸੋਰਸ ਦੀ ਡਿਪਲੀਸ਼ਨ ਜਿਹੜੀ ਹੈ ਉਹ ਬੜੀ ਤੇਜ਼ੀ ਨਾਲ ਅੱਗੇ ਜਾ ਰਹੀ ਹੈ, ਔਰ ਉਸ ਦਾ ਰਿਜ਼ਲਟ ਕੀ ਨਿਕਲੇਗਾ ਕਿ ਫਿਊਚਰ ਜਨਰੇਸ਼ਨਸ ਦੇ ਲਈ ਉਹ ਬਿਲਕੁਲ ਨਹੀਂ ਬਚੇਗਾ। ਅਗਰ ਫਿਊਚਰ ਜਨਰੇਸ਼ਨ ਦੇ ਲਈ ਰਿਸੋਰਸ ਨਹੀਂ ਬਚਣਗੇ ਤਾਂ ਉਹਨਾਂ ਦੀ ਡਿਵੈਲਪਮੈਂਟ ਤਾਂ ਹੋ ਹੀ ਨਹੀਂ ਪਾਏਗੀ। ਸੋ ਸਾਨੂੰ ਇਸ ਤਰੀਕੇ ਦੀ ਡਿਵੈਲਪਮੈਂਟ ਚਾਹੀਦੀ ਹੈ ਜਿਹੜੀ ਕੰਟੀਨਿਊਲੀ ਚੱਲਦੀ ਰਹੇ ਹਮੇਸ਼ਾ। ਔਰ ਉਹ ਕਦੋਂ ਚੱਲੇਗੀ? ਜਦੋਂ ਅਸੀਂ ਸਸਟੇਨੇਬਿਲਿਟੀ ਨੂੰ ਲੈ ਕੇ ਆਵਾਂਗੇ। ਔਰ ਉਹ ਕਦੋਂ ਹੋਏਗੀ? ਜਦੋਂ ਅਸੀਂ ਰਿਸੋਰਸਿਸ ਨੂੰ ਇਸ ਤਰੀਕੇ ਨਾਲ ਵਰਤਾਂਗੇ ਕਿ ਉਹ ਅਸੀਂ ਵੀ ਯੂਟੀਲਾਈਜ਼ ਕਰ ਲਈਏ, ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਲਈਏ, ਲੇਕਿਨ ਫਿਊਚਰ ਦੀ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਦੀ ਜ਼ਰੂਰਤ ਲਈ ਵੀ ਉਹ ਇਨਫ ਮਾਤਰਾ ਵਿੱਚ ਬਚੇ ਰਹਿਣ, ਜਾਂ ਵਿਦਆਊਟ ਹਾਰਮ ਕੀਤਿਆਂ ਅਸੀਂ ਨੈਚੁਰਲ ਰਿਸੋਰਸ ਨੂੰ ਜਿਹੜਾ ਹੈ ਉਹ ਵਰਤੀਏ। ਫੋਰ ਐਗਜ਼ਾਮਪਲ ਅਸੀਂ ਗਰਾਊਂਡ ਵਾਟਰ ਨੂੰ ਵਰਤਦੇ ਹਾਂ ਐਗਰੀਕਲਚਰ ਦੇ ਲਈ ਬੇਟੇ, ਓਕੇ। ਬਟ ਹੁਣ ਜਦੋਂ ਬਾਰਿਸ਼ ਆਉਂਦੀ ਹੈ ਤਾਂ ਅਸੀਂ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਹੈ ਉਹ ਸੈਟਅਪ ਕੀਤਾ ਹੋਇਆ ਕਿ ਅਸੀਂ ਗਰਾਊਂਡ ਵਾਟਰ ਨੂੰ ਦੁਬਾਰਾ ਤੋਂ ਰੀਚਾਰਜ ਵੀ ਕਰ ਦਈਏ ਤਾਂ ਜੋ ਉਹਦਾ ਲੈਵਲ ਜਿਹੜਾ ਸਟੇਬਲ ਬਣਿਆ ਰਹੇ। ਇਹਦੀ ਇੱਕ ਐਗਜ਼ਾਮਪਲ ਆਪਾਂ ਡਿਸਕਸ ਕਰਦੇ ਹਾਂ, ਫਿਰ ਤੁਹਾਨੂੰ ਇਹ ਚੀਜ਼ ਹੋਰ ਜ਼ਿਆਦਾ ਵਧੀਆ ਸਮਝ ਲੱਗ ਜਾਏਗੀ ਸਸਟੇਨੇਬਿਲਿਟੀ ਆਫ ਡਿਵੈਲਪਮੈਂਟ ਕੀ ਹੈ। ਦੇਖੋ ਰੀਸੈਂਟ ਐਵੀਡੈਂਸ suggest that the groundwater is under serious threat of overuse in many part of the country। ਬਿਲਕੁਲ ਠੀਕ ਕਹਿ ਰਹੇ ਹਾਂ ਜੀ। About 300 districts have reported a water level decline of over 4 meter during the past 20 years। Nearly 1/3 of the country is overusing their groundwater reserve। In another 25 years, 60% of the country would be doing the same if the present way of using this resource continue। Groundwater overuse is particularly found in the agriculture prosperous region of Punjab and Western UP। ਦੇਖੋ ਕਹਿੰਦੇ ਕਿ ਸਾਡੇ ਜਿਹੜਾ ਹੈ ਗਰਾਊਂਡ ਵਾਟਰ ਬੜੀ ਤੇਜ਼ੀ ਨਾਲ ਨੀਚੇ ਜਾ ਰਿਹਾ ਹੈ ਕੰਟਰੀ ਦੇ ਵਿੱਚ, ਰਾਈਟ। ਔਰ ਅਗਰ ਇਹੀ ਟ੍ਰੈਂਡ ਅੱਗੇ ਚੱਲਦਾ ਰਿਹਾ ਤਾਂ ਇਹ ਬਹੁਤ ਜ਼ਿਆਦਾ ਭਿਆਨਕ ਰੂਪ ਲੈ ਲੇਗਾ। ਔਰ ਜ਼ਿਆਦਾਤਰ ਕਹਿੰਦੇ ਗਰਾਊਂਡ ਵਾਟਰ ਦੀ ਯੂਟੀਲਾਈਜੇਸ਼ਨ ਕਿਹੜੇ ਏਰੀਆਸ 'ਚ ਹੋ ਰਹੀ ਹੈ? ਪੰਜਾਬ, ਹਰਿਆਣਾ ਔਰ ਵੈਸਟਰਨ ਯੂਪੀ ਵਾਲੇ ਰੀਜਨ ਜਿਹੜੇ ਨੇ ਜਿੱਥੇ ਖੇਤੀ ਜ਼ਿਆਦਾ ਹੁੰਦੀ ਉਹਨਾਂ ਰੀਜਨਸ ਦੇ ਵਿੱਚ। ਔਰ ਬਿਲਕੁਲ ਠੀਕ ਹੈ ਬੇਟੇ, ਅਗਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਦੇਖੋ 95 ਦੇ ਟ੍ਰੈਂਡ ਦੀ ਦੇਖੋ ਗੱਲ ਕਰਦੇ ਹਾਂ ਅਸੀਂ, ਅਗਰ ਇਹ ਰਿਹਾ ਸਾਡੇ ਕੋਲ 95 ਦਾ ਟ੍ਰੈਂਡ, ਇਹਦੇ ਵਿੱਚ ਦੇਖੋ ਤੁਸੀਂ ਦੇਖ ਰਹੇ ਹੋ ਕਿ ਇਸ ਟਾਈਮ ਦੇ ਵਿੱਚ ਜਿਹੜਾ ਨਾ ਕਾਫੀ ਸਾਰੀਆਂ ਜਿਹੜੀ ਪੰਜਾਬ ਹੈ ਉਹ ਲਗਭਗ ਜਿਹੜਾ ਬਲੂ ਕਲਰ ਦੇ ਵਿੱਚ ਹੈ, ਮਤਲਬ ਵਾਟਰ ਦੀ ਜਿਹੜੀ ਡੈਫਥ ਹੈ ਉਹ ਬਹੁਤ ਜ਼ਿਆਦਾ ਨਹੀਂ ਸੀਗੀ। ਲੇਕਿਨ 2017 ਆਉਂਦੇ ਤੱਕ ਦੇਖੋ ਵਾਟਰ ਜਿਹੜਾ ਹੈ ਉਹ ਲਗਭਗ ਜਿਹੜਾ ਮੈਪ ਹੈ ਪੰਜਾਬ ਦਾ ਉਹ ਰੈੱਡ ਹੋ ਚੁੱਕਾ ਹੈ। ਵਾਟਰ ਜਿਹੜਾ ਹੈ ਪਾਣੀ ਉਹ ਕਾਫੀ ਜ਼ਿਆਦਾ ਨੀਚੇ ਜਾ ਚੁੱਕਾ ਹੈ। ਔਰ ਅਗਰ ਇਹੀ ਟ੍ਰੈਂਡ ਇਸੇ ਤਰ੍ਹਾਂ ਨਾਲ ਚੱਲਦਾ ਰਹਿੰਦਾ ਹੈ ਤਾਂ ਦੇਖੋ 2037 ਦਾ ਇੱਕ ਉਹਨਾਂ ਨੇ ਪ੍ਰੋਜੈਕਟਡ ਮੈਪ ਦਿੱਤਾ ਹੈ, ਜਿਹਦੇ ਨਾਲ ਕੀ ਹੋਏਗਾ? ਬਹੁਤ ਥੋੜ੍ਹਾ ਜਿਹਾ ਏਰੀਆ ਪੰਜਾਬ ਦਾ ਬਚਿਆ ਹੈ ਜਿਹਦੇ ਵਿੱਚ ਗਰਾਊਂਡ ਵਾਟਰ ਉੱਪਰ ਰਹਿ ਜਾਏਗਾ, ਬਾਕੀ ਸਭ ਜਿਹੜਾ ਹੈ ਦੇਖੋ ਤੁਸੀਂ 40 ਤੋਂ ਵੀ ਨੀਚੇ ਚਲਾ ਜਾਏਗਾ, 40 ਮੀਟਰਸ ਤੋਂ ਵੀ, ਠੀਕ ਹੈ। ਤਾਂ ਇਹ ਇੱਕ ਕੀ ਹੈ? ਟ੍ਰੈਂਡ ਆਫ ਗਰਾਊਂਡ ਵਾਟਰ ਟੇਬਲ ਡਿਪਲੇਸ਼ਨਸ, ਮਤਲਬ ਗਰਾਊਂਡ ਵਾਟਰ ਦੀ ਓਵਰ ਯੂਜ਼ਿੰਗ ਦੀ ਵਜ੍ਹਾ ਦੇ ਨਾਲ ਸਾਡਾ ਬਹੁਤ ਸਾਰਾ ਪਾਣੀ ਜਿਹੜਾ ਉਹ ਨੀਚੇ ਜਾ ਰਿਹਾ ਹੈ, ਲੈਵਲ ਨੀਚੇ ਚੱਲਦਾ ਜਾ ਰਿਹਾ ਹੈ। ਔਰ ਅਗਰ ਇਹੀ ਟ੍ਰੈਂਡ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਪਾਣੀ ਬਚੇਗਾ ਨਹੀਂ। ਤਾਂ ਸਾਨੂੰ ਇਸ ਪ੍ਰੋਬਲਮ ਦੇ ਬਾਰੇ ਬੇਟੇ ਸੋਚਣਾ ਪਏਗਾ। ਅਸੀਂ ਜਿਹੜਾ ਹੁਣ ਨੈਕਸਟ ਗਰਮੀਆਂ ਦਾ ਸੀਜ਼ਨ ਸਾਡਾ ਸਟਾਰਟ ਹੋ ਰਿਹਾ ਹੈ, ਜਦੋਂ ਅਸੀਂ ਖੇਤੀ ਦੇ ਵਿੱਚ ਕੀ ਕਰਦੇ ਹਾਂ? ਪੈਡੀ ਨੂੰ ਟਰਾਂਸਪਲੇਟ ਕਰ ਦਿੰਦੇ ਹਾਂ ਖੇਤਾਂ ਵਿੱਚ, ਔਰ ਉਹਨੂੰ ਫਿਰ ਪਾਣੀ ਦੇਣਾ ਸ਼ੁਰੂ ਕਰਦੇ ਹਾਂ, ਜਿਹਦੇ ਨਾਲ ਗਰਾਊਂਡ ਵਾਟਰ ਲੈਵਲ ਬੜਾ ਥੱਲੇ ਜਾ ਰਿਹਾ ਹੈ। ਡੇ ਬਾਈ ਡੇ ਹਰ ਸਾਲ ਜਿਹੜਾ ਹੈ ਉਹ ਨੀਚੇ ਚੱਲਦਾ ਜਾ ਰਿਹਾ ਹੈ। ਔਰ ਇਨ ਫਿਊਚਰ ਆਉਣ ਵਾਲੇ ਕੋਈ 15 ਤੋਂ 20 ਸਾਲਾਂ ਦੇ ਬਾਅਦ ਜਿਹੜਾ ਹੈ ਇੰਨਾ ਕੁ ਥੱਲੇ ਚਲੇ ਜਾਏਗਾ ਕਿ ਕੁਝ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੇ ਲਈ ਜਿਹੜੇ ਬੋਰਵੈਲ ਲਗਾਉਣੇ ਨੇ ਉਹ ਬਹੁਤ ਜ਼ਿਆਦਾ ਡਿਫੀਕਲਟ ਹੋ ਜਾਏਗਾ। ਔਰ ਫਿਰ ਸਾਨੂੰ ਉਸ ਚੀਜ਼ ਨੂੰ ਰੋਕਣਾ ਹੀ ਪਏਗਾ। ਔਰ ਇਟਸ ਬੈਟਰ ਨਾ ਕਿ ਆਪਾਂ ਉਹਨੂੰ ਟਾਈਮ ਰਹਿੰਦੇ ਹੀ ਉਹ ਰੋਕ ਲਈਏ ਤਾਂ ਜੋ ਪੀਣ ਲਈ ਪਾਣੀ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਲਈ ਬਚਿਆ ਰਹੇ। ਸੋ ਦੈਟਸ ਵਾਈ ਵੀ ਨੀਡ ਸਸਟੇਨੇਬਿਲਿਟੀ ਇਨ ਡਿਵੈਲਪਮੈਂਟ, ਰਾਈਟ। ਸੋ ਇਹ ਸੀਗਾ ਆਪਣਾ ਪੂਰਾ ਚੈਪਟਰ ਬੇਟੇ ਇਕਨੋਮਿਕਸ ਦਾ, ਡਿਵੈਲਪਮੈਂਟ ਚੈਪਟਰ। ਨੈਕਸਟ ਜਿਹੜਾ ਆਏਗਾ ਉਹ ਇੰਡੀਆ ਦੀਆਂ ਜਿਹੜੀਆਂ ਤੁਹਾਡੇ ਇਕਨੋਮਿਕ ਸੈਕਟਰਸ ਨੇ ਉਹਨਾਂ ਦੇ ਬਾਰੇ ਆਪਾਂ ਡਿਸਕਸ ਕਰਾਂਗੇ ਸੂਨ। ਉਹ ਵੀ ਵੀਡੀਓਜ਼ ਜਿਹੜੀਆਂ ਨੇ ਉਹ ਜਲਦ ਹੀ ਅਪਲੋਡ ਹੋ ਜਾਣਗੀਆਂ, ਰਾਈਟ ਬੇਟੇ। ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਆਪਣਾ ਟਾਈਮ ਦੇਣ ਦੇ ਲਈ।
ਐਂਡ ਵਨ ਮੋਰ ਥਿੰਗ ਬੇਟਾ, ਅਗਰ ਤੁਹਾਨੂੰ ਲੱਗਦਾ ਹੈ ਕਿ ਮਟੀਰੀਅਲ ਜੋ ਵੀ ਚੀਜ਼ ਤੁਸੀਂ ਪੜ੍ਹ ਰਹੇ ਹੋ ਤੁਹਾਨੂੰ ਚੰਗੀ ਲੱਗਦੀ ਹੈ, ਦੈਨ ਪਲੀਜ਼ ਇਟ ਲਾਈਕ ਔਰ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ, ਔਰ ਨਾਲ ਦੀ ਨਾਲ ਆਪਣੇ ਦੂਜੇ ਸਾਥੀਆਂ ਨੂੰ ਵੀ ਇਸ ਚੀਜ਼ ਦੇ ਬਾਰੇ ਜਾਣਕਾਰੀ ਦਿਓ। ਥੈਂਕ ਯੂ ਬੇਟਾ, ਮਿਲਦੇ ਹਾਂ ਬਹੁਤ ਜਲਦ ਨੈਕਸਟ ਕਲਾਸ ਦੇ ਵਿੱਚ। ਟੇਕ ਕੇਅਰ।